ਪਾਪੀ ਮਨ ਮੰਦਾ। ਅੱਜ ਬਕਾਰ ਨੇ ਛੋੜ ਹੀ ਪਾਪੀ ਮਨ ਪਾਪੀ ਮੰਦਾ। ਮਨ ਮੰਦਾ। ਜੇ ਕਹਿੰਦੇ ਘਰ ਛੱਡ ਦਈਏ ਤਾਂ ਜੰਗਲ ਚਲੇ ਜਾਊਗਾ। ਵੈਸੇ ਤਾਂ ਆਦਮੀ ਦੀ ਜੂਨ ਤੋਂ ਪਹਿਲਾਂ ਜੰਗਲ 'ਚ ਰਿਹਾ ਹੈ। ਆਦਮੀ ਦੀ ਜੂਨ 'ਚ ਪਿੰਡ ਪੁੰਡ ਬਣਾ ਲਏ ਸ਼ਹਿਰ। ਪਹਿਲਾਂ ਕਿਹਨੇ ਬਣਾਏ ਤੇ ਪਹਿਲਾਂ ਇਹਨੇ ਕੀ ਖੱਟ ਲਿਆ ਜੰਗਲਾਂ 'ਚੋਂ। ਇਹ ਤਾਂ ਐਵੇਂ ਇਹ ਤਾਂ ਉਹ ਗੱਲ ਹੈ ਵੀ ਜਿਹੜਾ ਜਿੰਨੇ ਵੀ ਉਪਰਾਲੇ ਕੀਤੇ ਜਾਂਦੇ ਨੇ ਛੁੱਟਣ ਦੇ, ਉਹ ਪੁੱਠੇ ਵੀ ਪੈ ਜਾਂਦੇ ਨੇ। ਉਹਨੇ ਜਿੰਨੇ ਉਪਰਾਲੇ ਅਸੀਂ ਤਰੱਕੀ ਦੇ ਕੀਤੇ ਨੇ ਉਹਨੇ ਪੁੱਠੇ ਵੀ ਪੈ ਗਏ। ਮਾਇਆ ਦੇ ਵਿੱਚ ਨਿਯਮ ਹੈ ਐਕਸ਼ਨ ਐਂਡ ਰਿਐਕਸ਼ਨ ਆਰ ਇਕੁਅਲ ਐਂਡ ਆਪੋਜ਼ਿਟ। ਜੇ ਐਕਸ਼ਨ ਅਸੀਂ ਮਾਇਆ 'ਚ ਕਰਾਂਗੇ ਉਹਦਾ ਰਿਐਕਸ਼ਨ ਉਸੇ ਉਨੀ ਫੋਰਸ ਨਾਲ ਉਹਦਾ ਉਨੀ ਤਾਕਤ ਨਾਲ ਉਹਦਾ ਰਿਐਕਸ਼ਨ ਹੁੰਦਾ। ਜੇ ਅਸੀਂ ਪੈਦਾਵਾਰ ਵਧਾਈ ਹੈ, ਦਵਾਈਆਂ ਛਿੜਕੀਆਂ ਨੇ, ਜ਼ਹਿਰਾਂ ਛਿੜਕੀਆਂ ਨੇ, ਤਾਂ ਉਹਦਾ ਬੁਰਾ ਅਸਰ ਵੀ ਹੋਇਆ। ਉਨੀ ਸ਼ਿੱਦਤ ਨਾਲ ਉਨੀ ਤਾਕਤ ਨਾਲ ਬੁਰਾ ਅਸਰ ਹੋਇਆ। ਜੋ ਵੀ ਅਸੀਂ ਗੱਲ ਕੀਤੀ ਹੈ ਤਰੱਕੀ ਦੀ, ਉਹਨਾਂ ਹੀ ਉਹਦਾ ਬੁਰਾ ਅਸਰ ਵੀ ਹੋਇਆ। ਜਿੰਨਾ ਸੁੱਖ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚੋਂ ਹੀ ਦੁੱਖ ਨਿਕਲੇ। ਸੁੱਖ ਵਿੱਚੋਂ ਦੁੱਖ ਨਿਕਲਦਾ ਔਰ ਦੁੱਖ ਵਿੱਚੋਂ ਸੁੱਖ ਨਿਕਲਦਾ। ਰਿਐਕਸ਼ਨ ਹੈ ਇਹ ਰਿਐਕਸ਼ਨ ਹੈ। ਦੁੱਖ ਵਿੱਚੋਂ ਸੁੱਖ ਨਿਕਲਦਾ, ਸੁੱਖ ਵਿੱਚੋਂ ਦੁੱਖ ਨਿਕਲਦਾ। ਤਤੀ ਤਵੀ ਤੇ ਬੈਠਣਾ ਦੁੱਖ ਹੈ, ਪਰ ਵਿੱਚੋਂ ਸੁੱਖ ਨਿਕਲਿਆ। ਵਿੱਚੋਂ ਕੀ ਨਿਕਲਿਆ? ਸਦਾ ਸੁੱਖ। ਦੁੱਖ ਦਾਰੂ ਹੈ ਨਾ। ਦਿਵਾਂ ਵਿੱਚ ਖੜਨਾ ਬੜਾ ਦੁੱਖਦਾਇਕ ਹੈ, ਪਰ ਵਿੱਚੋਂ ਕੀ ਨਿਕਲਿਆ? ਸਦਾ ਸੁੱਖ। ਸੁਣ ਕੇ ਵੀ ਕੰਬ ਜਾਂਦਾ ਹੈ ਦਿਵਾਂ 'ਚ ਖੜਨ ਦੀ ਗੱਲ, ਪਰ ਵਿੱਚੋਂ ਕੀ ਨਿਕਲਿਆ? ਵਿੱਚੋਂ ਨਿਕਲਿਆ ਸੁੱਖ। ਖੜਨ ਵਾਲੇ ਦੀ ਨਿਗਾਹ ਸੁੱਖ ਤੇ ਸੀ, ਉਸ ਦੁੱਖ ਤੇ ਨਹੀਂ ਸੀ। ਜੇ ਦੁੱਖ ਤੇ ਨਿਗਾਹ ਹੁੰਦੀ ਫਿਰ ਖੜਨੀ ਹੁੰਦਾ। ਜੇ ਨਿਗਾਹ ਸੁੱਖ ਤੇ ਹੋਊਗੀ ਫਿਰ ਖੜੂਗਾ। ਇਸ ਕਰਕੇ ਇਹਦੇ ਵਿੱਚ ਮਾਇਆ ਨੂੰ ਪੈਦਾ ਕਰਕੇ ਪਰਮੇਸ਼ਰ ਵੀ ਇਸੇ ਕਰਕੇ ਕਹਿੰਦੇ ਨੇ ਵੀ ਪੈਦਾ ਕਰਕੇ ਪਛਤਾਇਆ। ਇਹਦੇ ਵਿੱਚ ਐਕਸ਼ਨ ਦਾ ਰਿਐਕਸ਼ਨ ਵੀ ਨਾਲੇ ਆ। ਜਿੰਨੀਆਂ ਮੱਤਾਂ ਬਣਾਈਆਂ, ਪੌੜੀਆਂ ਬਣਾਈਆਂ, ਮੱਤਾਂ ਪੌੜੀਆਂ ਹੀ ਨੇ ਆਦਮੀ ਨੂੰ ਪੜਾਉਣ ਵਾਸਤੇ। ਉਹਨਾਂ ਨੂੰ ਨੁਕਸਾਨ ਵੀ ਹੋਇਆ। ਉਹ ਡਿੱਕੇ ਵੀ ਬਣ ਗਏ, ਉਹ ਮੱਤਾਂ ਨੇ ਉੱਥੇ ਹੀ ਖੜ ਕੇ ਵੀ ਗਾਹਾਂ ਨਾ ਜਾਓ, ਰੋਕਣ ਵੀ ਲੱਗੇ। ਛੋਟੇ ਗਿਆਨ ਵਾਲੇ ਰੋਕੀ ਜਾਂਦੇ ਨੇ ਵੀ ਇਹ ਦੋਹਾਂ ਕੁਛ ਹੈ ਹੀ ਨਹੀਂ। ਪੌੜੀਆਂ ਤਾਂ ਬਣੀਆਂ ਸੀ ਚੜ੍ਹਨ ਨੂੰ, ਸੰਤ ਰੋਕਣੇ ਲੱਗੇ ਵੀ ਇੱਥੇ ਹੀ ਸਭ ਕੁਛ। ਇਹ ਸਾਰੀਆਂ ਮੱਤਾਂ ਰੁਕਾਵਟ ਵੀ ਬਣਦੀਆਂ ਚਲੀਆਂ ਗਈਆਂ ਜਿਉਂ ਜੋ ਪੈਦਾ ਕੀਤੀਆਂ। ਇਸ ਕਰਕੇ ਤ੍ਰਿਆ ਨੂੰ ਬਣਾ ਕੇ ਪਰਮੇਸ਼ਰ ਪਛਤਾਇਆ, ਡਿੱਕਾ ਬਣ ਗਿਆ। ਉਹ ਜਿਹੜੀ ਪੰਜਵੇਂ ਪਾਤਸ਼ਾਹ ਗੱਲ ਕਰ ਰਹੇ ਨੇ ਕਿ ਆ ਗੁਰਬਾਣੀ 'ਚ ਜ਼ਿਕਰ ਆਉਂਦਾ, ਭਗਤਾਂ ਦਾ ਵੀ ਆਉਂਦਾ। ਜੇ ਕੋਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ। ਕਬੀਰ ਨੇ ਸਵਾਲ ਖੜਾ, ਜਿਹੜੀ ਕੁੱਲ ਵਿੱਚ ਗਿਆਨ ਵਿਚਾਰ ਬੰਦਾ ਹੀ ਨਹੀਂ ਪੈਦਾ ਹੋਇਆ, ਉਹ ਕੁੱਲ ਦੀ ਕੀ ਲੋੜ ਸੀ? ਉਹ ਵਕਤ ਦੀ ਕੀ ਲੋੜ ਸੀ? ਪਰ ਲੋੜ ਸੀ ਨਾ ਪਰਮੇਸ਼ਰ ਨੂੰ। ਉਹ ਪੌੜੀ ਚੜਾਉਣਾ ਸੀ, ਪੌੜੀ ਲਾ ਕੇ ਚੜ੍ਹਾਉਣਾ ਸੀ। ਭਾਵੇਂ ਬਾਅਦ 'ਚ ਉਹੀ ਅੜਿੱਕਾ ਬਣ ਗਿਆ, ਉਹੀ ਵਿਰੋਧ ਕਰ ਰਹੀ ਹੈ। ਭਗਤਾਂ ਦਾ ਵਿਰੋਧ ਉਹੀ ਮਤ ਕਰ ਰਹੀ ਹੈ। ਪਰ ਬਣਾਉਣੀ ਪਈ। ਉਹ ਉੱਪਰ ਕਿਵੇਂ ਜਾਂਦਾ ਪੌੜੀ ਬਿਨਾਂ? ਉਹੀ ਮੱਤਾਂ ਸਾਰੀਆਂ ਗੁਰਮਤਿ ਦਾ ਵਿਰੋਧ ਕਰ ਰਹੀਆਂ ਨੇ ਜਿਹਨਾਂ ਦੀ ਲੋੜ ਸੀ। ਥੱਲੇ ਉੱਤੇ ਚੜਾਉਣ ਵਾਸਤੇ ਲੋੜ ਸੀ, ਉਹ ਹੁਣ ਵਿਰੋਧ ਖੜੀਆਂ ਹੋ ਗਈਆਂ। ਉਹ ਕਹਿੰਦੇ ਆ ਬਸ ਸਾਡੇ ਵਾਲੀ ਉਹ ਗੱਲ ਠੀਕ ਹੈ। ਮਨ ਹੰਕਾਰੀ ਹੈ, ਆਪ ਤੋਂ ਉੱਪਰ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਹੰਕਾਰ ਆ ਕੇ ਗੁਰਮਤਿ ਤੇ ਖਤਮ ਹੁੰਦਾ। ਗੁਰਮਤਿ ਤੇ ਆ ਕੇ ਨੀਵਾਂ ਹੁੰਦਾ ਨਹੀਂ, ਸਭ ਉੱਚੇ ਖੜੇ ਨੇ। ਸਾਰੀਆਂ ਮੱਤਾਂ ਉੱਚਾ ਕਰ। ਹੰਕਾਰ ਜੋ ਹੈ ਉੱਥੇ
ਆਪਣੇ ਆਪ ਨੂੰ ਵੱਡਾ ਕਹਿੰਦੀਆਂ ਨੇ। ਵੱਡਾ ਜਿੰਨਾ ਚਿਰ ਗੁਰਮਤਿ ਨਹੀਂ ਪੈਦਾ ਹੁੰਦੀ ਸਭ ਵੱਡੇ ਹੀ ਵੱਡੇ ਨੇ, ਸਭ ਰੋੜੇ ਨੇ, ਗਿਰ ਨੇ, ਛੋਟੇ ਪਹਾੜ ਨੇ, ਬੜੇ ਪਹਾੜ ਨੇ। शिव जी आके किया कैलाश पर्वत है, कुछ सब तो उठा, सब तो बड़ा हंकार कैलाश पर्वत ही सब तो बड़ा हंकार। यही जिड़का बन गई मत्तां जिन्हां दी लोड़ सी। एक्शन एंड रिएक्शन आर इक्वल एंड अपोजिट। असीं भी जिन्ना कुछ कर रहे हैं कि आटम बना के फसाए नहीं होने। आदमी ने पछताया बहुत कुछ करके, ये भी तो चेतन है, वो चेतन ने पछताया, चेतन को पछताना पैंदा। सुख वास्ते कुछ करके पछताना भी पैंदा, दुखों चो पैदा होता। ये गल विचार चो समझ आती है, विचार चो समझ आती है। विद्वान तो विद्वानों को बेचारे को अकल है नहीं देखने वाली, वो शंका खड़ी कर लेंगे। लो जी परमेश्वर भी पछताउंदे, तुसीं पछताउंदे, तुसीं घट हो, असीं काम करके नहीं पछताउंदे। वो भी चेतन, असीं भी चेतन। ਉਹਦਾ ਕੰਮ ਹੋ ਜਾ ਵੱਡਾ। ਆਪਰੇਸ਼ਨ ਕਰਨ ਵਾਸਤੇ ਪਹਿਲਾਂ ਚੀਰਾ ਦੇਣਾ ਪੈਂਦਾ ਹੀ ਹੈ। ਹਾਂਜੀ, ਗ੍ਰਹਿ ਤਜ ਬਨ ਖੜ ਜਾਈਏ, ਚੁਣ ਖਾਈਏ ਕੰਦਾ। ਕੀ ਚੁਣ ਕੇ ਖਾਂਦਾ? ਕੰਦ ਮੂਲ ਖਾਂਦਾ ਚੁਣ ਕੇ, ਘਰ ਛੱਡ ਕੇ ਚਲਾ ਜਾਂਦਾ। ਪਹਿਲਾਂ ਸਾਰੇ ਜਨਮ ਉੱਥੇ ਹੀ ਰਹੇ ਬਾਹਰ, ਉੱਥੇ ਕੀ ਮਿਲ ਗਿਆ? ਇਸ ਕਰਕੇ 10 ਪਾਜ ਕਹਿੰਦਾ ਬਣ ਸੇ ਸਦਨ ਸਮੇਂ, ਸਾਰੇ ਮਹਿਲਾਂ ਨੂੰ ਜੰਗਲ ਸਮਝ ਲਓ। ਸਮਝਣ ਦੀ ਉਹ ਗੱਲ ਹੈ ਨਾ। ਜੇ ਉੱਥੇ ਜਾ ਕੇ ਕੁੜੀਆਂ ਨੂੰ ਮਹਿਲ ਤੋਂ ਬੜਾ ਸਮਝ ਲਿਆ, ਫਿਰ ਰਿਸ਼ੀ ਮੁਨੀ ਆਪਣੀ ਕੁੜੀਆਂ ਨੂੰ ਮਹਿਲ ਤੋਂ ਵੱਡਾ ਸਮਝਦੇ ਸੀ। ਹੰਕਾਰ ਸੀ ਨਾ, ਰਿਸ਼ੀ ਮੁਨੀ ਸਭ ਹੰਕਾਰੀ ਹੋਏ ਨੇ, ਸਾਰੇ ਹੰਕਾਰੀ ਹੋਏ ਨੇ। ਸਿਰਫ ਭਗਤ ਹੰਕਾਰ ਤੋਂ ਰਹਿਤ ਨੇ, ਬਾਕੀ ਰਿਸ਼ੀ ਮੁਨੀ ਸਭ ਹੰਕਾਰੀ। ਗੁਰਬਾਣੀ ਹੰਕਾਰੀਓ ਬਣਦੀ ਹੈ। ਕੌਣ ਮੁਨੀ ਜੋ ਮਨ ਕੋ ਮਾਰੇ, ਇੱਕੋ ਹੀ ਲਾਈਨ ਦੇ ਵਿੱਚ ਸਾਰਾ ਫਟੀ ਪਹੁੰਚ। ਰਿਸ਼ੀ ਮੁਨੀਆਂ ਨੇ ਸਮਰਥ ਸ਼ਾਸਤਰ ਲਿਖੇ ਨੇ, ਸਾਰੇ ਖੰਡਨ ਕੀਤੇ ਹੋਏ ਨੇ, ਰਿਜੈਕਟ ਕੀਤੇ ਨੇ ਸਮਰਥ ਸ਼ਾਸਤਰ, ਕਿਉਂਕਿ ਹੰਕਾਰ ਹੈ ਉਹਨਾਂ 'ਚ। ਉਹਨਾਂ ਦਾ ਜੋ ਵੀ ਕੁਛ ਹੈ ਸਾਰਾ ਹੰਕਾਰ ਨਾਲ ਭਰਿਆ ਪਿਆ ਹੈ, ਅਗਿਆਨਤਾ ਨਾਲ ਭਰਿਆ ਹੋਇਆ ਹੈ। ਕੌਣ ਮੁਨੀ ਜੋ ਮਨ ਕੋ ਮਾਰੇ, ਇੱਕ ਮੁਨੀ ਦੱਸੋ ਜਿਹਨੇ ਮਨ ਨੂੰ ਮਾਰਨ ਦੀ ਗੱਲ ਕੀਤੀ ਹੋਈ। ਜੇ ਮਨ ਨੂੰ ਮਾਰਦਾ ਨਹੀਂ ਹੰਕਾਰੀ ਹੈ, ਜਿਹੜਾ ਆਪਣੇ ਮਨ ਨੂੰ ਨਹੀਂ ਮਾਰਦਾ ਉਹਦਾ ਹੰਕਾਰੀ ਹੈ। ਆਪਣੇ ਆਪ ਨੂੰ ਵੱਡਾ ਸਮਝਦਾ ਉਹਦਾ ਹੰਕਾਰੀ ਹੈ, ਆਪਣੇ ਮਨ ਨੂੰ ਨੀਵਾਂ ਨਹੀਂ ਕਰਦਾ ਉਹਦਾ ਹੰਕਾਰੀ ਹੈ। ਇੱਥੇ ਨੀਵਾਂ ਕਰਨ ਦੀ ਗੱਲ ਹੈ, ਨਿਵੇਂ ਸੋ ਗੌਰਾ ਹੋਏ। ਇਹ ਉਲਟੀ ਪੜਾਈ ਹੈ ਸਾਰੀ, ਸਾਰੀਆਂ ਮੱਤਾਂ ਨੂੰ ਉਲਟੀ ਪੜਾਈ ਹੈ। ਸਾਖਤਾਂ ਦੀਆਂ ਮੱਤਾਂ ਨੂੰ ਇਹ ਮੱਤ ਉਲਟਾ ਹੈ। ਉਲਟੀ ਰੇ ਮਨ ਉਲਟੀ ਰੇ, ਸਾਖਤ ਸੋ ਕਰ ਉਲਟੀ। ਇਹ ਪੜਾਈ ਉਲਟ ਹੈ। ਇਹ ਆਪਣੇ ਆਪ ਨੂੰ ਮਾਰਨ ਦੀ ਗੱਲ ਹੈ, ਉੱਥੇ ਲੋਕਾਂ ਨੂੰ ਮਾਰਨ ਦੀ ਗੱਲ ਹੈ। ਕ੍ਰਿਸ਼ਨ ਲੋਕਾਂ ਨੂੰ ਮਾਰਨ ਦੀ ਗੱਲ ਕਰ ਰਿਹਾ, ਜੰਗ ਜਿੱਤਣ ਦੀ ਗੱਲ ਕਰ ਰਿਹਾ। ਗੀਤਾ ਵਿੱਚ ਵਿਰੋਧੀਆਂ ਨੂੰ ਮਾਰਨ ਦੀ ਗੱਲ ਹੈ। ਇੱਥੇ ਵਿਰੋਧੀ ਬਾਹਰ ਨੇ, ਇੱਥੇ ਵਿਰੋਧੀ ਵੀ ਅੰਦਰ ਨੇ। ਔਗਣ ਸਾਡੇ ਵਿਰੋਧੀ ਨੇ। ਜੇ ਸਾਡਾ ਕੋਈ ਵਿਰੋਧੀ ਹੈ, ਸਾਡੇ ਹੀ ਔਗਣ ਨੇ, ਹੋਰ ਕੋਈ ਵਿਰੋਧੀ ਨਹੀਂ ਸਾਡਾ। ਉਹਦੇ ਔਗਣ ਉਹਦੇ ਵਿਰੋਧੀ ਹੋਣਗੇ, ਉਹਦੇ ਔਗਣ ਉਹਦੇ ਵਿਰੋਧੀ ਹੋਣਗੇ, ਸਾਡੇ ਔਗਣ ਸਾਡੇ ਵਿਰੋਧੀ। ਇੱਥੇ ਥਿਊਰੀ ਕੰਮ ਕਰਦੀ ਹੈ। ਇਹ ਥਿਊਰੀ ਚੰਡੀ ਚਰਿੱਤਰ ਚੰਡੀ ਦੀ ਵਾਰ 'ਚ ਇਹ ਥਿਊਰੀ ਲਾਗੂ ਹੈ ਗਿਆਨ ਖੜਕ ਦੇ ਵਿੱਚ। ਇਹੀ ਲੜਾਈ ਹੈ ਇਹਦੇ ਵਿੱਚ। ਗਿਆਨ ਖੜਕ ਲੈ ਮਨ ਨੂੰ ਰੁੱਝਾ। ਇੱਥੇ ਜੰਗ ਇਸੇ ਗੱਲ ਦੀ ਹੈ। ਇਹਦੇ ਵਿੱਚ ਮਹਾਭਾਰਤ ਦੀ ਜੰਗ ਨਹੀਂ ਹੈ। ਉੱਥੇ ਇਹਨਾਂ ਨੇ ਚੰਡੀ ਚਰਿੱਤਰ ਨੂੰ ਵੀ ਮਹਾਭਾਰਤ ਦੀ ਜੰਗ ਸਮਝ ਲਿਆ। ਉਹ ਵੱਖਰੀ ਗੱਲ ਹੈ। ਉਹ ਜੰਗਾਂ ਉੱਧਰ ਲਿਖੀਆਂ ਹੋਈਆਂ ਨੇ, ਮਹਾਭਾਰਤ ਦੀ ਰਾਮਾਇਣ ਦੀਆਂ ਜੰਗਾਂ ਉੱਧਰ ਲਿਖੀਆਂ ਹੋਈਆਂ ਨੇ। ਉਹ ਜੀ ਜੰਗ ਨਹੀਂ ਹੈ। ਇਹ ਨਿਰਾਕਾਰੀ ਦੁਨੀਆ ਦੀ ਖੇਡ। ਇਹ ਆਪਣੇ ਆਪ ਨਾਲ ਲੜਨਾ, ਆਪਣੇ ਵਿਕਾਰਾਂ ਨਾਲ ਲੜਨਾ। ਹਾਂਜੀ, ਅਜੇ ਉਹ ਵਿਕਾਰ ਨਾ ਛੋੜੀ, ਅੱਜ ਉਹ ਵਿਕਾਰ ਨਾ ਛੱਡੀ। ਪਾਪੀ ਮਨ ਵਿਕਾਰ ਫੇਰ ਛੱਡਦੇ। ਪਾਪੀ ਮਨ ਮੰਦਾ, ਜੇ ਮਨ ਮੰਦਾ ਵਿਕਾਰ ਜੰਗਲ ਜਾ ਕੇ ਨਹੀਂ ਛੱਡਦੇ। ਵਿਕਾਰ ਛੱਡ ਦੋ, ਘਰ ਵੀ ਛੱਡ ਦੋ, ਨਹੀਂ ਕਦੇ ਨਹੀਂ ਛੱਡਦੇ। ਛਡਾਉਣੇ ਵਿਕਾਰ ਸੀ, ਜੰਗਲ ਜਾਲਣਾ ਵਿਕਾਰ ਨਹੀਂ ਛੱਡਦੇ। ਸਾਰੇ ਜਾਨਵਰ ਜੰਗਲ 'ਚ ਨੇ, ਉਹਨਾਂ ਦੇ ਨਹੀਂ ਛੁੱਟੇ।
ਉਹਨਾਂ ਦੇ ਛੁੱਟ ਗਏ, ਜਿਹੜੇ ਜੰਗਲ ਜਾਨਵਰ ਰਹਿੰਦੇ ਨੇ ਜੇ ਉਹਨਾਂ ਦੇ ਨਹੀਂ ਛੁੱਟੇ, ਤੇਰੇ 'ਚ ਬਕਾਰ ਆਏ ਕਿੱਥੋਂ? ਤੂੰ ਤਾਂ ਜੰਗਲ 'ਚ ਰਿਹਾ ਸਾਰੀ ਜੂਨਾਂ, ਸਾਰੀਆਂ ਜੂਨਾਂ ਜੰਗਲ 'ਚ ਰਿਹਾ, ਬਕਾਰ ਕਿੱਥੋਂ ਆ ਗਏ? ਇਹ ਬਕਾਰ ਨਾਲੇ ਆਉਂਦੇ ਰਹੇ ਨੇ, ਜੰਗਲ ਜਾਲਣਾ ਬਕਾਰ ਨਹੀਂ ਛੁੱਟਦੇ। ਹਾਂਜੀ, ਕਿਉਂ ਛੂਟੂ ਕੈਸੇ ਤਰੂੰ ਭਵ ਜਲ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਹੁਣ ਮੈਂ ਛੁੱਟਾਂ ਕਿਵੇਂ, ਤਰਾਂ ਕਿਵੇਂ? ਜੰਗਲ ਜਾਏ ਵੀ ਨਹੀਂ ਗੱਲ ਬਣਦੀ। ਕੈਸੇ ਤਰੂੰ, ਕਿਉਂ ਛੁੱਟੂ, ਕੈਸੇ ਤਰੂੰ? ਭਵ ਜਲ ਨਿਤ ਭਾਰੀ, ਆ ਜਿਹੜਾ ਭਵ ਜਲ ਹੈ ਨਾ, ਭਵ ਸਾਗਰ ਹੈ, ਇਹਦਾ ਤਾਂ ਆਰ ਪਾਰ ਦਾ ਹੀ ਪਤਾ ਕੋਈ ਨਹੀਂ ਹੈ ਕਿੱਥੇ ਤੱਕ। ਉੱਡ ਕੇ ਕੌਣ ਚਲਾ ਜਾਊਗਾ ਆਕਾਸ਼ ਦੇ ਵਿੱਚ? ਪਤਾ ਨਹੀਂ ਕਿੱਥੇ ਤੱਕ ਹੈ ਆਕਾਸ਼। ਇਹ ਤੇ ਬਾਹਰ ਕਿਵੇਂ ਨਿਕਲ ਜੀਏ? ਜਿੱਥੇ ਤੱਕ ਆਕਾਸ਼ ਹੈ ਉੱਥੇ ਤੱਕ ਜੇਲ੍ਹ ਹੈ। ਉੱਡ ਕੇ ਕੌਣ ਜਾਵੇ, ਕਿੱਥੇ ਜਾਵੇ? ਜਿੱਥੇ ਹਵਾ ਨਹੀਂ ਮਿਲਣੀ ਉੱਥੇ ਜਾ ਕੇ ਮਰ ਜਾਊਗਾ। ਹਵਾ ਵੀ ਤਾਂ ਚਾਹੀਦੀ ਹੈ, ਸਾਹ ਲੈਣ ਨੂੰ ਪਾਣੀ ਚਾਹੀਦਾ, ਰਾਸ਼ਨ ਚਾਹੀਦਾ। ਪਹੁੰਚਾ ਨਿਤ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸਰਨ ਤੁਮਾਰੀ। ਜਨ ਸ਼ਰਨ, ਇਹ ਬੀਠਲਾ ਹੁਣ ਤੂੰ ਰੱਖ। ਕਹਿੰਦਾ ਨਾ ਤੂੰ ਕਦੇ ਮਰਿਆ ਹੀ ਨਹੀਂ, ਤੂੰ ਕੋਈ ਖਾਂਦਾ ਪੀਂਦਾ ਵੀ ਨਹੀਂ ਹੈ ਸੰਸਾਰ ਦੀ ਕੋਈ ਵਸਤੂ। ਤੇਰੇ ਨਾਲ ਲਾ ਕੇ ਉੜੀਏ ਜੇ ਤੂੰ ਲੈ ਜਾਏਗਾ ਵਾ, ਜੇ ਤੇਰੇ ਨਾਲ ਜੁੜ ਕੇ ਉੜਾ ਤੂੰ ਆਪਣੇ ਪੰਜਾਂ 'ਚ ਮੈਨੂੰ ਫਸਾ ਲਵੇਂ, ਮੇਰੀ ਬਾਂਹ ਫੜ ਲਵੇਂ ਔਰ ਲੈ ਕੇ ਉੱਡ ਜਾਵੇਂ। ਤੈਨੂੰ ਤਾਂ ਰਾਸ਼ਨ ਸਰ ਇੱਥੇ ਕੋਈ ਚਾਹੀਦਾ ਨਹੀਂ ਸੰਸਾਰੀ, ਪਾਣੀ ਤੈਨੂੰ ਨਹੀਂ ਚਾਹੀਦਾ, ਕੋਈ ਚੋਗਾ ਸੰਸਾਰੀ ਤੈਨੂੰ ਨਹੀਂ ਚਾਹੀਦਾ, ਹਵਾ ਤੈਨੂੰ ਨਹੀਂ ਚਾਹੀਦੀ, ਤੂੰ ਲੈ ਕੇ ਬਾਹਰ ਨਿਕਲ ਜਾ। ਅੰਤਰਾਤਮਾ ਨੂੰ ਕਿਹਾ ਹੈ ਬੀਠਲਾ, ਸ਼ੁੱਧ ਮਨ ਨੂੰ ਕਿਹਾ ਹੈ। ਸ਼ੁੱਧ ਮਨ ਸਾਹ ਲੈਂਦਾ ਖਾਂਦਾ ਕੁਛ ਨਹੀਂ, ਸਾਹ ਵੀ ਸਰੀਰ ਨੂੰ ਲੈਂਦਾ, ਉਹਦੀ ਇੱਛਾ ਨਾਲ ਸਾਹ ਆਉਂਦਾ। ਮਾਇਆ ਤੋਂ ਅਲਿਪਤ ਹੈ ਉਹ, ਮਾਇਆ 'ਚ ਲਿਪਤ ਵਾਲਾ ਮਨ ਮਾਇਆ ਤੋਂ ਅਲਿਪਤ ਹੈ ਜਿਹੜਾ, ਉਹਨੂੰ ਕਹਿ ਰਿਹਾ ਇਸ ਤੇਰੀ ਸ਼ਰਨ ਆਉਣਾ ਮੈਂ, ਮੇਰੇ ਕਰਕੇ ਤੂੰ ਨਹੀਂ ਜਾ ਸਕਦਾ ਮਾਇਆ ਤੋਂ। ਮੈਂ ਮਾਇਆ 'ਚ ਫਸਿਆ ਹੋਇਆ, ਮੈਂ ਮਾਇਆ ਛੱਡ ਦੇਣਾ, ਆਪਾਂ ਉੱਡ ਚੱਲੀਏ। ਹਾਂਜੀ, ਵਿਖੇ ਵਿਖੇ ਕੀ ਵਾਸਨਾ ਤਜੀਏ ਨਾ ਜਾਈ। ਆ ਵਿਖੇ ਵਿਖੇ ਦੀ ਵਾਸਨਾ, ਤਰ੍ਹਾਂ ਤਰ੍ਹਾਂ ਦੇ ਇੱਥੇ ਪਦਾਰਥ ਨੇ ਮਾਇਆ ਦੇ, ਤਰ੍ਹਾਂ ਤਰ੍ਹਾਂ ਦੀ ਵਾਸਨਾ ਨਹੀਂ ਛੱਡੀ ਜਾਂਦੀ। ਤਰ੍ਹਾਂ ਤਰ੍ਹਾਂ ਦੀ ਵਾਸਨਾ, ਤਰ੍ਹਾਂ ਤਰ੍ਹਾਂ ਦੇ ਇੱਥੇ ਪਦਾਰਥ ਨੇ, ਇਹ ਨਹੀਂ ਮੁੱਕਦੇ ਹਨ, ਇਹ ਨਹੀਂ ਛੁੱਟਦੇ। ਹਾਂਜੀ, ਅਨੇਕ ਯਤਨ ਕਰ ਰਾਖੀਏ ਫਿਰ ਲਪਟਾਈ। ਅਨੇਕ ਅਨੇਕ ਯਤਨ ਕਰਕੇ ਮਨ ਨੂੰ ਮੋੜੀ ਦਾ ਵੀ ਆਹ ਚੀਜ਼ ਨਹੀਂ ਖਾਣੀ, ਉਹ ਨਹੀਂ ਕਹਿੰਦੇ, ਫਿਰ ਜਾ ਫੜਦਾ, ਫਿਰ ਲਪਟਾਈ, ਫਿਰ ਮਾਇਆ ਤੇ ਫਿਰ ਲਪਟ ਜਾਂਦਾ ਜਾ ਕੇ। ਜਰਾ ਜੀਵਨ ਜੋਬਨ ਗਿਆ ਕਿਸਮ ਕੀਆ ਨਾ ਨੀਕਾ। ਜਰਾ ਜੋਬਨ ਜੀਵਨ ਗਿਆ, ਉਹ ਤਿੰਨੇ ਇਕੱਠੇ ਕਰਦੇ। ਜੇ ਇਹਦੇ ਵਿਦਵਾਨਾਂ ਵਾਲੇ ਅਰਥ ਕਰੀਏ ਤਾਂ ਇਹ ਸਾਰੀ ਉਹ ਪੱਟੀ ਬੇਸ ਹੋ ਜੂ ਗੱਲ ਦੀ। ਜਰਾ ਵੀ ਗਈ, ਜੀਵਨ ਵੀ ਗਿਆ, ਜੋਬਨ ਵੀ ਗਿਆ, ਤਿੰਨੇ ਇਕੱਠੇ ਕਿਵੇਂ ਚਲੇ ਗਏ? ਜਰਾ ਜੀਵਨ ਜੋਬਨ ਗਿਆ ਆ ਗਿਆ ਨਾ, ਇਹਨਾਂ ਦਾ ਜਰਾ ਦੇ ਵੀ ਨਾਲ ਗਿਆ ਲੱਗ ਗਿਆ। ਵਿਦਵਾਨਾਂ ਵਾਲੇ ਅਰਥਾਂ 'ਚ ਜਰਾ ਵੀ ਚਲੀ ਗਈ, ਨਹੀਂ ਜਰਾ ਨਹੀਂ ਗਈ, ਜੀਵਨ ਆ ਜੋਬਨ ਗਿਆ, ਜਰਾ ਨੇ ਢਾਲਿਆ। ਅਰਥ ਇਹ ਕਰਾਂਗੇ, ਜੇ ਵਿਦਵਾਨਾਂ ਨੂੰ ਕਹਿ ਦਿਓ ਤਾਂ ਇਹ ਗੱਲ ਨੂੰ ਤਿੰਨੇ ਚਲੇ ਗਏ, ਰਹਿ ਕੀ ਗਿਆ ਪਿੱਛੇ, ਬਚਿਆ ਕੀ ਫਿਰ? ਜਰ ਆਈ ਜੋਬਨ ਆ ਰਿਹਾ, ਇਹਦੇ ਨਾਲ ਅਰਥ ਕਰਾਂਗੇ ਪੰਕਤੀ ਦੇ। ਕਬੀਰ ਨੇ ਤਾਂ ਕਹਿਤਾ ਪੰਕਤੀ ਦੇ ਅਰਥ ਹਟਾ ਲਏ, ਤਾਂ ਗੁਰੂ ਨਾਨਕ ਨੇ ਜਿਹੜੀ ਪੰਕਤੀ ਦਿੱਤੀ ਹੈ ਤਾਂ ਦਿੱਤੀ ਹੈ ਵੀ ਇਹਦੇ ਅਰਥ ਹੈ ਨਾ ਕਰ ਲਿਓ। ਜਰ ਆਈ ਹੈ ਜੋਬਨ ਹਾਰਿਆ, ਗੁਰਬਾਣੀ ਦੀ ਰੋਸ਼ਨੀ 'ਚ ਗੁਰਬਾਣੀ ਦੇ ਅਰਥ ਆ ਸਕਦੇ। ਵਿਦਵਾਨ ਦਾ ਅਰਥ ਕਰ ਲੂਗਾ, ਬਹਿਸ ਕਰੂਗਾ, ਨਹੀਂ ਜੀ ਲਾਗੂ ਹੈ, ਫਾਰਮੂਲਾ ਹੈ, ਤਿੰਨਾਂ ਦੇ ਲਾਗੂ ਹੋਊਗਾ। ਇੱਥੇ ਕੋਈ ਫਾਰਮੂਲਾ ਨਹੀਂ ਹੈ ਤੁਹਾਡਾ, ਇੱਥੇ ਵਿਵੇਕ ਬੁੱਧੀ ਦਾ ਫਾਰਮੂਲਾ ਲਾਗੂ ਹੋਊਗਾ। ਵਿਦਵਾਨ ਵਾਲਾ ਕੋਈ ਫਾਰਮੂਲਾ ਨਹੀਂ ਲਾਗੂ ਹੁੰਦਾ, ਵਿਦਿਆ ਵਾਲਾ ਫਾਰਮੂਲਾ ਇੱਥੇ ਲਾਗੂ ਹੀ ਨਹੀਂ ਹੁੰਦਾ। ਜਰ ਆਈ ਜੋਬਨ ਹਾਰਿਆ, ਉਹ ਜਰਾ ਰੋਗ ਨਹੀਂ ਜੋ ਜੋਬਨ ਨੂੰ ਨਾਸ ਕੀਤਾ, ਔਰ ਕਿਹਨੇ ਕੀਤਾ? ਔਰ ਗਿਆ ਕਿੱਥੇ? ਜੋਬਨ ਕਿਵੇਂ ਚਲਾ ਗਿਆ, ਜੀਵਨ ਕਿਵੇਂ ਚਲਾ ਗਿਆ? ਜਰਾ ਨਾਲ ਕੀਤਾ। ਜਰਾ ਵੀ ਚਲੀ ਗਈ, ਜੋਬਨ ਵੀ ਚਲਿਆ ਗਿਆ, ਕਾਹਦੇ ਨਾਲ ਗਿਆ ਫਿਰ?
ਜਰ ਆਈ ਜੋਬਨ ਹਾਰਿਆ ਦਾ ਮਤਲਬ ਇਹੀ ਸੀ, ਵਟਾ ਕੇ ਰੱਖ ਦਿੰਦੇ ਸਭ ਕੁਝ। ਹਾਂਜੀ, ਜਰਾ ਜੀਵਨ ਜੋਬਨ ਗਿਆ, ਕਿਸ ਕੀਆ ਨਾ ਜਰਾ ਨੀਕਾ, ਆ ਗਈ ਜੋਬਨ ਔਰ ਜੀਵਨ ਖਤਮ ਹੋ ਗਏ, ਬੁਢਾਪਾ ਆ ਗਿਆ, ਜੋਬਨ ਜੀਵਨ ਦੋਏ ਖਤਮ ਹੋ ਗਏ। ਕਿਸ ਕੀਆ ਨਾ ਨੀਕਾ। ਕੋਈ ਕਹਿੰਦਾ ਚੰਗਾ ਕੰਮ ਤਾਂ ਕੀਤਾ ਹੀ ਨਹੀਂ, ਚੰਗਾ ਕੰਮ ਕੋਈ ਵੀ ਨਹੀਂ ਕੀਤਾ। ਹਾਂ, ਇਹ ਜੀਰਾ ਨਿਰਮੋਲ ਕੋ ਕੌਡੀ ਲਗ ਮੀਕਾ। ਕਹਿੰਦਾ ਇਹ ਕੌਡੀ ਸਰੀਰ ਕੀ ਸੀ, ਸਰੀਰ ਦੀ ਕੀਮਤ ਕੌਡੀ ਹੈ, ਜੇ ਤੇ ਕੰਮ ਨਹੀਂ ਲਿਆ ਪਿੱਛੋਂ ਵੀ ਕੌਡੀ ਹੋਵੇ। ਕੌਡੀ ਕੀ ਪਿੱਛੋਂ ਤਾਂ ਸਮਾਂ ਖਰਚੇ ਦਾ ਘਰ ਹੈ, ਉਹ ਕੌਡੀ ਨੂੰ ਤਾਂ ਸਿੱਟ ਦੂ ਪਰੇ, ਚਲੋ ਕੀਮਤ ਨਾ ਸੀ ਬਟੋ, ਇਹਦਾ ਤਾਂ ਖਰਚਾ ਪੈਂਦਾ ਫਿਰ ਮਰੇ ਤੇ ਵੀ ਬਾਅਦ, ਇਹਦਾ ਖਾਸਾ ਬੜਾ ਬਿੱਲ ਬਣ ਜਾਂਦਾ ਲੱਕੜੀਆਂ ਦਾ। ਜੇ ਤੇ ਕੱਪੜਾ ਵੀ ਨਾ ਪਾਵੇ ਤਾਂ ਵੀ ਖਾਸਾ ਬੜਾ ਬਿੱਲ ਬਣਦਾ, ਸਰਕਾਰ ਦਾ ਵੀ ਬਣ ਜਾਂਦਾ, ਨਾਲੇ ਘੱਟ ਤੋਂ ਘੱਟ ਲਾਵਾਰਸ ਲਾਸ਼ਾਂ ਦਾ। ਇਹਦਾ ਕੌਡੀ ਤੋਂ ਵੀ ਨਿਕੰਮਾ ਗੱਲ ਬਣ ਗਈ। ਕੌਡੀ ਲੱਗ ਮੀਕਾ, ਜਿਹੜਾ ਇਹਦੀ ਕਦਰ ਜਿਹਦੀ ਖਤਮ ਹੋ ਜਾ ਉਹਨੂੰ ਮੀਕਾ ਕਹਿੰਦੇ। ਇੱਕ ਹੁੰਦਾ ਨੀਕਾ, ਨੀਕਾ ਹੁੰਦਾ ਸੋਹਣਾ, ਮੀਕਾ ਹੁੰਦਾ ਨਿਕੰਮਾ। ਆਪਾਂ ਕਹਿੰਦਾ ਬੜਾ ਨਿਕੰਮਾ ਆਦਮੀ ਆ ਤਾਂ, ਕੌਡੀ ਨਾਲ ਲੱਗ ਕੇ ਨਿਕੰਮਾ ਬਣਾਤਾ ਇਹਨੂੰ, ਜਿਹੜੇ ਕੰਮ ਆਇਆ ਤਾਂ ਉਹਦੀ ਨਾ ਕੰਮ ਲਿਆ। ਆਪਾਂ ਕਹਿੰਦਾ ਬੜਾ ਨਿਕੰਮਾ ਆਦਮੀ ਆ ਤਾਂ, ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਦਾ ਨਹੀਂ, ਪੁੱਠੇ ਕੰਮ ਕਰਦਾ। ਇਹ ਨਿਕੰਮਾ ਬਣਾ ਲਿਆ ਤੁਸੀਂ। ਇੰਨਾ ਜੀਵਨ ਨਿਰਮੋਲ ਕੋ ਸੀਗਾ ਮਿਲਿਆ, ਇਹ ਤਾਂ ਕੋਈ ਕੰਮ ਨਹੀਂ ਜੇ ਲਿਆ, ਇਹ ਨਿਕੰਮਾ ਬਣਾਤਾ। ਨਿਰਮੋਲ ਕੋ ਤੋਂ ਨਿਕੰਮਾ ਹੋ ਗਿਆ, ਸਮਾਂ ਬੋਝ ਹੋ ਗਿਆ, ਬੋਝ ਹੀ ਹੈ। ਬੜੇ ਸਿਆਣਿਆਂ ਨੂੰ ਔਲਾਦ ਬਹੁਤ ਸਮਝਣ ਲੱਗ ਜਾਂਦੀ ਹੈ, ਸਰੀਰ ਹੈ ਉਹਨਾਂ ਕੋਲ, ਹੋਰ ਕੀ ਹੈ। ਜੇ ਸਾਹ ਨਿਕਲ ਜਾਂਦਾ ਫਿਰ ਤਾਂ ਬੋਝ ਨਹੀਂ ਰਹਿੰਦਾ। ਜਿੰਨਾ ਚਿਰ ਖਾਣ ਨੂੰ ਕੁਝ ਮੰਗਦਾ ਉਹਨਾਂ ਚਿਰ ਬੋਝ ਹੈ, ਫਿਰ ਤਾਂ ਇੱਕ ਵਾਰ ਦਾ ਹੀ ਬੋਝ ਹੈ, ਇੱਕ ਦਿਨ ਦਾ ਹੀ ਬਸ। ਉਹ ਜੋ ਉੱਥੇ ਲੱਕੜੀਆਂ ਲੁਕੜੀਆਂ ਦਾ ਪਿੱਛੋਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਲਵੇ, ਕੋਈ ਆਪਣੇ ਨੱਕ ਵਾਸਤੇ ਕੋਈ ਮਰਜ਼ੀ ਕਰੀ ਜਾਵੇ। ਉਹ ਬੋਝ ਕਿਉਂ ਸਮਝਦੇ ਨੇ? ਸਰੀਰ ਨੂੰ ਬੋਝ ਸਮਝਦੇ ਨੇ। ਇਹਦਾ ਬੋਝ ਬਣ ਗਿਆ, ਇਹ ਤਾਂ ਮੀਕਾ ਰਹਿ ਗਿਆ, ਨਿਕੰਮਾ ਹੋ ਗਿਆ, ਬੋਝ ਬਣ ਗਿਆ। ਨਿਰਮੋਲ ਕੀ ਚੀਜ਼ ਬੋਝ ਬਣ ਜਵੇ, ਇਹਦੇ ਤੇ ਬੜੂਏ ਚ ਨੋਟ ਹੋਣਾ ਬੋਝ ਹੁੰਦਾ, ਬੋਝ ਲੱਗਦਾ ਹੀ ਨਹੀਂ। ਉਹ ਬੋਝ ਨਹੀਂ ਲੱਗਦੇ। ਕਿ ਕਿਸੇ ਨੂੰ ਅੱਗੇ ਰਾਜੇ ਕਹਿੰਦੇ ਤੇ ਵੀ ਜਿੰਨੀ ਤੂੰ ਤੇ ਚੱਕ ਹੁੰਦੀ ਹੈ ਭਾਈ ਮੋਹਰਾ ਪਾ ਲੈ, ਹੋਰ ਪਾਈ ਜਾਂਦਾ ਸੀਗਾ ਜ਼ਿਆਦਾ, ਉਹ ਬੋਝ ਨਹੀਂ ਸੀ ਲੱਗਦਾ ਉਹ। ਪਰ ਜੇ ਮਜ਼ਦੂਰ ਨੂੰ ਕਹੇ ਵੀ ਭਾਈ ਇੰਨਾ ਪਾ ਟੋਕਰੇ 'ਚ, ਨਹੀਂ ਜੀ ਕਹਿੰਦਾ ਜ਼ਿਆਦਾ ਬੋਝ ਹੈ, ਥੋੜ੍ਹਾ ਥੋੜ੍ਹਾ ਹੀ ਠੀਕ ਹੈ, ਉਹ ਬੋਝ ਲੱਗਦਾ, ਉਹ ਬੋਝ ਨਹੀਂ ਲੱਗਦਾ। ਮਾਇਆ ਬੋਝ ਨਹੀਂ ਲੱਗਦੀ ਹੁੰਦੀ ਕਿਸੇ ਨੂੰ। ਸਰੀਰ ਵੀ ਆਪਣੇ ਆਪ ਨੂੰ ਬੋਝ ਨਹੀਂ ਲੱਗਦਾ, ਪਰ ਬੋਝ ਪਿੱਛੋਂ ਬਣ ਜਾਂਦਾ ਜਦ ਜਰਾ। ਹਾਂ, ਫਿਰ ਆਪਣੇ ਆਪ ਨੂੰ ਵੀ ਬੋਝ ਲੱਗਦਾ। ਜਦ ਕੋਈ ਕੰਮ ਨਹੀਂ ਨਾ ਲਿਆ, ਨਿਕੰਮਾ ਚਲਾ ਗਿਆ, ਫਿਰ ਬੋਝ ਬਣ ਜਾਂਦਾ, ਫਿਰ ਆਪਣੇ ਆਪ ਨੂੰ ਵੀ ਲੱਗਦਾ ਬੋਝ ਹੈ। ਹਾਂਜੀ, ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ। ਉਹਨਾਂ ਦਾ ਸਰੀਰ ਬੋਝ ਨਹੀਂ ਬਣਿਆ। ਉਹਨਾਂ ਖਾਤਰ ਇੱਕ ਪੰਕਤੀ ਹੋਰ ਅਲੱਗ ਹੈ, ਸਪੈਸ਼ਲ। ਗੁਰਮੁਖ ਬੁੱਢੇ ਕਦੇ ਨਹੀਂ, ਜਿਹਨਾਂ ਅੰਤਰ ਸੁਰਤ ਗਿਆ, ਉਹਨਾਂ ਦੇ ਲਾਗੂ ਹੀ ਨਹੀਂ ਹੈ। ਜਿਨ੍ਹਾਂ ਨੇ ਸਰੀਰ ਤੋਂ ਕੰਮ ਲਿਆ, ਉਹਨਾਂ ਦੇ ਲਾਈਨ ਲਾਗੂ ਨਹੀਂ ਹੁੰਦੀ ਪੰਕਤੀ। ਮਤਲਬ ਸਾਰਿਆਂ ਤੇ ਨਹੀਂ ਗੁਰਬਾਣੀ ਲਾਗੂ ਹੁੰਦੀ, ਹਰ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੈ। ਜਿਹੜਾ ਗੇਮ ਚੋਂ ਬਾਹਰ ਨਿਕਲ ਗਿਆ, ਜਿਹਨੇ ਕੰਮ ਲੈ ਲਿਆ, ਉਹ ਨਹੀਂ। ਗੁਰਮੁਖ ਬੁੱਢੇ ਕਦੇ ਨਹੀਂ, 17 ਦਾ ਮਤਹੀਣ ਹੋ ਜਾਂਦਾ। ਗੁਰਬਾਣੀ ਲਿਖਦੀ ਹੈ 17 ਦਾ ਮਤਹੀਣ, 80 ਦਾ ਵਿਵਹਾਰ ਨਾ ਪਾਵੇ। ਕਬੀਰ ਦੀ 119 ਸਾਲ ਦੀ ਉਮਰ ਹੈ, ਇਹਨੇ ਗਿਆਨ 80 ਸਾਲ ਦੇ ਬਾਅਦ ਸ਼ੁਰੂ ਕੀਤਾ। ਉਹ ਕਹਿੰਦਾ 80 ਦਾ ਵਿਵਹਾਰ ਨਾ ਪਾਵੇ। 80 90 ਦਾ ਲਗਭਗ ਕੀਤਾ ਹੋਊਗਾ ਸ਼ੁਰੂ,
ਉਹ ਤਾਂ ਕਹਿੰਦਾ ਮਰਨ ਪਿਆ, ਮਗਰ ਕੀ ਵਾਪਸੀ, ਮਰਨ ਵੇਲੇ ਮੈਂ ਮਗਰ ਚਲਾ ਗਿਆ। ਜਦੋਂ ਸਰੀਰ 'ਚੋਂ ਬਹੁਤ ਬਲ ਘਟ ਜਾਂਦਾ ਆਦਮੀ ਦੇ, ਉਮਰ ਜਿੰਨੀ ਮਰਜ਼ੀ ਹੋਵੇ, ਉਹਨੂੰ ਆਸ ਹੁੰਦੀ ਹੈ ਵੀ ਹੁਣ ਥੋੜ੍ਹੇ ਦਿਨਾਂ ਦਾ ਮੇਰੀ ਜ਼ਿੰਦਗੀ ਹੈ। ਸਰੀਰਕ ਬਲ ਘਟ ਜਾਂਦਾ ਹੈ, ਉਦੋਂ ਕਿਤੇ ਜਾ ਕੇ ਉਹ ਮਗਰ। ਪਰ ਬੁੱਧੀ ਪੂਰੀ ਕੰਮ ਕਰਦੀ ਹੈ। ਗੁਰੂ ਅਮਰਦਾਸ ਨੂੰ 72 ਸਾਲ ਦੀ ਉਮਰ 'ਚ ਗੁਰਿਆਈ ਮਿਲੀ ਹੈ। ਇੱਥੇ ਉਮਰ ਦਾ ਕੋਈ ਮਤਲਬ ਨਹੀਂ, ਉਮਰ ਲਾਗੂ ਨਹੀਂ ਹੁੰਦੀ ਇੱਥੇ। ਉਮਰ ਕੀ ਹੈ? ਉਮਰ ਕਾਲ ਹੈ। ਭਗਤਾਂ ਦੇ ਕਾਲ ਲਾਗੂ ਨਹੀਂ ਹੈ, ਵਿਵੇਕ ਬੁੱਧੀ ਦੇ ਕਾਲ ਲਾਗੂ ਨਹੀਂ ਹੈ। ਜਿਹੜੇ ਦਿਮਾਗ ਦੇ ਆਸਰੇ ਨੇ, ਜਿਹੜੇ ਦਿਮਾਗ ਦੇ ਆਸਰੇ ਨੇ ਨਾ, ਸ਼ੈਤਾਨ ਦੇ ਚਰਖੇ ਦੇ ਆਸਰੇ ਨੇ, ਉਹਨਾਂ ਤੇ ਕਾਲ ਲਾਗੂ। ਜਿਹੜੇ ਦਿਮਾਗ ਤੋਂ ਉੱਤੇ ਉੱਠ ਗਏ, 10 ਦੁਆਰ ਚਲੇ ਗਏ, ਨਿਰੋਲ ਵਿਵੇਕ ਬੁੱਧੀ ਦੇ ਸੱਤੇ ਚਲੇ ਗਏ, ਉਹਨਾਂ ਤੇ ਕਾਲ ਲਾਗੂ ਨਹੀਂ ਹੈ। ਉਹਨਾਂ ਦਾ ਸਮਾਂ ਵੀ ਲਾਗੂ ਨਹੀਂ। ਇਹ ਭੇਦ ਦੀ ਗੱਲ। ਉਹਨਾਂ ਤੇ ਕਿਉਂ ਨਹੀਂ ਲਾਗੂ? ਉਹਨਾਂ ਤੇ ਕਿਉਂਕਿ ਉਹ ਨਿਰਾਕਾਰੀ ਦੁਨੀਆ 'ਚ ਨਿਰਾਕਾਰੀ ਨੇ। ਹੁਣ ਉਹਨਾਂ ਦੇ ਸਰੀਰ ਨਾਲ ਹੁੰਦੇ ਹੋਏ ਵੀ ਸਰੀਰ ਹੈ ਨਹੀਂ। ਭੇਦਣ ਜਾਲਾ ਮਾਨਸ ਦੇ ਆ ਤਾਂ ਨਹੀਂ ਬੁੱਢੇ, ਬੁੱਢਾ ਹੋਇਆ ਉਹ ਸਰੀਰ। ਕਵੀ ਫਰੀਦ ਕਹਿੰਦਾ ਬੁੱਢਾ ਹੋਇਆ, ਸ਼ੇਖ ਫਰੀਦ ਕੰਬਣ ਲੱਗੀ ਦੇ, ਕਹਿੰਦਾ ਦੇ ਕੰਬਣ ਲੱਗੀ ਆ, ਦੇ ਬੁੱਢੀ ਹੋਈ ਆ, ਮੈਂ ਤਾਂ ਹੋਇਆ ਨਹੀਂ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੂੰ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਹੈ। ਮਾਧਵਾ ਤੂੰ ਤਾਂ ਸਰਬ ਵਿਆਪੀ, ਤੂੰ ਸਰਬ ਵਿਆਪੀ। ਤੁਮ ਸੰਸਰ ਨਾਹੀ ਦਿਆਲ ਮੋਹੇ ਸੰਸਰ ਪਾਪੀ। ਤੇਰੇ ਵਰਗਾ ਕੋਈ ਦਿਆਲ ਨਹੀਂ। ਤੁਮ ਸਭ ਸਰ ਨਾ ਦਿਆਲ, ਸੰਸਰ ਨਾਹੀ ਦਿਆਲ, ਤੁਮ ਸਭ ਸਰ ਨਾ ਹੀ ਦਿਆਲ, ਮੋਹੇ ਸੰਸਰ ਪਾਪੀ। ਮੋਹੇ ਸਭ ਸਰ ਪਾਪੀ। ਮੇਰੇ ਵਰਗਾ ਕੋਈ ਪਾਪੀ ਨਹੀਂ, ਤੇਰੇ ਵਰਗਾ ਕੋਈ ਦਿਆਲ ਨਹੀਂ। ਕਿਉਂਕਿ ਪਾਪੀ ਕਾਹਦੇ ਕਹਿੰਦਾ? ਤੇਰਾ ਵਿਰੋਧ ਕਰਦਾ ਰਿਹਾ ਮੈਂ, ਤੂੰ ਮੇਰੇ ਤੇ ਕਿਰਪਾ ਕਰਦਾ ਰਿਹਾ, ਮੈਂ ਤੇਰਾ ਵਿਰੋਧ ਕਰਦਾ ਵੀ ਕਿਰਪਾ ਮੈਂ ਕਰਵਾਉਣੀ ਹੀ ਨਹੀਂ। ਹੁਣ ਪਤਾ ਲੱਗਿਆ ਵੀ ਤੂੰ ਕਿਰਪਾ ਕਰਦਾ ਸੀ, ਮੈਂ ਤੇਰਾ ਵਿਰੋਧ ਕਰਦਾ ਸੀ। ਵਿਰੋਧ ਕਰਨਾ ਹੀ ਪਾਪ ਹੈ। ਮੇਰੇ ਚਿੱਤ 'ਚ ਪਾਪ ਸੀ ਵੀ ਮੇਰਾ ਇਹ ਨੁਕਸਾਨ ਕਰ ਰਿਹਾ। ਭਲਾ ਕਰਨ ਵਾਲੇ ਨੂੰ ਨੁਕਸਾਨ ਕਰਨ ਵਾਲਾ ਸਮਝਣਾ ਪਾਪ ਹੁੰਦਾ। ਚਿੱਤ 'ਚ ਕਹਿੰਦੇ ਤੇਰੇ ਚਿੱਤ 'ਚ ਪਾਪ ਹੈ, ਆਪਾਂ ਕਹਿ ਦਿੰਦੇ ਹਾਂ। ਭਲਾ ਕਰਨ ਵਾਲੇ ਨੂੰ ਬੁਰਾ ਸਮਝੇ, ਇਹ ਪਾਪੀ ਹੋ। ਜਿਹੜਾ ਆਪਣਾ ਭਲਾ ਸੋਚਦਾ ਨਾ, ਉਹਨੂੰ ਇਹ ਸਮਝੇ ਵੀ ਮੇਰਾ ਬੁਰਾ ਕਰਦਾ ਹੈ, ਪਾਪ। ਗੁਰਮਤਿ ਸਭ ਦਾ ਭਲਾ ਕਰਦੀ ਹੈ। ਜਿਹੜੇ ਗੁਰਮਤਿ ਦੇ ਵਿਰੋਧੀ ਨੇ ਸਭ ਪਾਪੀ ਨੇ। ਪਾਪੀ ਕੌਣ ਨੇ? ਗੁਰਮਤਿ ਸਭ ਦਾ ਭਲਾ ਸੋਚਦੀ ਹੈ, ਕਰਨਾ ਚਾਹੁੰਦੀ ਹੈ, ਕਰਦੀ ਹੈ। ਜਿਹੜੇ ਇਹਦਾ ਵਿਰੋਧ ਕਰਦੇ ਨੇ ਸਭ ਪਾਪੀ ਨੇ। ਉਸੇ ਦੀ ਆਵਾਜ਼ ਅੰਦਰਲੇ ਦੀ ਸਰਵਿਆਪੀ ਦੀ ਆਵਾਜ਼ ਇਹ ਹੈ। ਸਰਵਿਆਪੀ ਗੁਰਮਤਿ ਦੇ ਥਰੂ ਇਹ ਭਲਾ ਕਰਨਾ ਚਾਹੁੰਦਾ, ਹੋਰ ਕੀ ਹੈ? ਇਹ ਗੱਲ ਕਹਿ ਰਿਹਾ ਕਬੀਰ ਵੀ ਤੇਰੇ ਵਰਗਾ ਦਿਆਲ ਕੋਈ ਨਹੀਂ। ਆ ਸੰਸਾਰ ਨੂੰ ਮੱਤ ਦਿੱਤੀ ਹੈ ਵੀ ਇਹ ਛੁੱਟ ਜਾਣ ਜੇਲ੍ਹ ਚੋਂ। ਸੰਸਾਰ ਇਹਦਾ ਵਿਰੋਧ ਕਰਦਾ। ਜਿਹੜਾ ਵਿਰੋਧ ਕਰਦਾ ਪਾਪੀ ਹੈ। ਆਪਣੇ ਆਪ ਨੂੰ ਪਾਪੀ ਆਪ ਤਾਂ ਨਹੀਂ ਹੈ। ਪਾਪੀ ਆਪ ਤਾਂ ਸਮਝਿਆ ਹੋਇਆ ਹੈ, ਆਪ ਤਾਂ ਆਪਣੀ ਪਿਛਲੀ ਗੱਲ ਕਰਦਾ ਹੈ। ਪਰ ਸੰਸਾਰ ਵਾਲੇ ਇਸ਼ਾਰਾ, ਜਿਹੜੇ ਵਿਰੋਧ ਕਰਦੇ ਨੇ ਸਭ ਪਾਪੀ ਨੇ। ਜਿਹੜੇ ਗੁਰਮਤਿ ਦਾ ਵਿਰੋਧ ਕਰ ਰਹੇ ਨੇ, ਗੁਰਮਤਿ ਨੂੰ ਲੈ ਨਹੀਂ ਰਹੇ, ਸਭ ਪਾਪੀ। ਨਿਤੋ ਠਕੋਰੀ ਗਾਗਰੇ ਗਾਗਰ ਆਨੈ ਲੀਪਤ ਜਿਉ ਗਿਓ। ਕੋਰੀ ਹੁੰਦਾ ਜਲਾਹਾ। ਕੀ ਕਰਦਾ ਰਿਹਾ ਕਬੀਰ? ਪਿਛਲੀ ਹਿਸਟਰੀ ਦੱਸਦਾ ਆਪਣੀ। ਜਿਆਦਾ ਨੇ ਧਰਮ ਧਾਰਨ ਕੀਤਾ। ਮੈਂ ਕੀ ਕਰਦਾ ਹੁੰਦਾ ਸੀ? ਮੈਂ ਰੋਜ਼ ਸਵੇਰੇ ਉੱਠਦਾ ਸੀ। ਕੋਰੀ ਜਲਾਹਾ ਕਹਿੰਦਾ ਆਪਣੇ ਆਪ ਨੂੰ। ਕੋਰੀ ਜਲਾਹੇ ਨੂੰ ਕਹਿੰਦੇ ਨੇ। ਉਹ ਯੂਪੀ ਦੀ ਭਾਸ਼ਾ 'ਚ ਜਲਾਹੇ ਨੂੰ ਕੋਰੀ ਕਹਿੰਦੇ ਨੇ। ਇਹ ਕਬੀਰ ਜਲਾਹਾ ਕੀ ਕਰਦਾ ਸੀ? ਗਾਗਰ ਆਨੈ ਗਾਗਰ ਪਾਣੀ ਦੀ ਲਿਆਉਂਦਾ ਸੀ ਰੋਜ਼ ਭਰ ਕੇ ਗੁੱਗਾ ਤੋਂ।
ਪਾਣੀ ਦੀ ਗਾਗਰ ਭਰ ਕੇ ਗੰਗਾ ਤੋਂ ਲੈ ਕੇ ਆਉਂਦੇ। ਉੱਠ ਕੋਰੀ ਗਾਗਰ ਆਂਦਾ, ਕੋਰੀ ਜਲਾ ਹੈ, ਕੋਰੀ ਗਾਗਰ, ਕੋਰੀ ਨੂੰ ਵੀ ਕੋਰਾ ਘੜਾ ਹੁੰਦਾ। ਕੋਰਾ ਘੜਾ ਤਾਂ ਹੁੰਦਾ ਜੀ ਜੋ ਪਾਣੀ ਨਾ ਪਾਇਆ ਹੋਵੇ ਉਹਨੂੰ ਕੋਰਾ ਘੜਾ ਕਹਿੰਦੇ ਨੇ। ਪਰ ਇੱਕ ਵਾਰ ਪਾਣੀ ਪਾ ਦਈਏ ਫਿਰ ਕੋਰਾ ਨਹੀਂ ਰਹਿੰਦਾ। ਗਾਗਰ ਦਾ ਰੋਜ਼ ਪਾਣੀ ਪੈਂਦਾ, ਕੋਰੀ ਕਿਵੇਂ ਹੋਗੀ? ਕਈਆਂ ਨੇ ਅਰਥੇ ਦੇ ਕੋਰੇ ਦੇ ਉਹ ਕਰ ਲਏ ਪੰਜਾਬੀ ਵਾਲਾ ਕੋਰਾ ਜਿਹੜਾ ਨਵੇਂ ਦੀ ਸੰਸ ਵਿੱਚ ਕਰ ਲਏ। ਇਹ ਜਿਹੇ ਸੰਤ ਨੇ ਤੇ ਇਹ ਜਿਹੇ ਸੀ ਕਰ ਵਿਗਿਆਨੀ ਸਾਰੇ। ਉਹ ਗਾਗਰ ਕੋਰੀ ਕਿਵੇਂ ਹੋਗੀ? ਮਿੱਟੀ ਦੀ ਚੀਜ਼ ਕੋਰੀ ਹੁੰਦੀ ਹੈ। ਜਾਂ ਕਾਚਾ ਹੁੰਦਾ ਜਾਂ ਕੋਰਾ ਹੁੰਦਾ, ਇਹਦੇ ਨਾਲ ਦੋ ਲੱਗੇ ਨੇ। ਕਰਵੇ ਨਾਲ ਕਾਚਾ ਕਰਵਾ ਜਾਂ ਕੋਰਾ। ਹਾਂਜੀ, ਤੋਂ ਟਕੋਰੀ ਗਾਗਰ ਹਨ ਲੀਪਤ ਜੀ ਹੋ ਗਿਓ, ਲਿਪਤ ਜੀ ਹੋ ਗਏ। ਉਹ ਫਿਰ ਜਗ੍ਹਾ ਲਿਪਦਾ ਜਿੱਥੇ ਬੈਠ ਕੇ ਉਹਨੇ ਮਾਲਾ ਫੇਰਨੀਆਂ, ਯਾਰ ਜਿੱਥੇ ਬੈਠ ਕੇ ਉਹਨੇ ਭਜਨ ਕਰਨਾ। ਜੋ ਵੀ ਉਹ ਆਪਣਾ ਕਰਦਾ ਸੀ ਭਜਨ ਤਾਂ ਹੈ ਨਹੀਂ ਸੀ, ਜੇ ਹੁੰਦਾ ਉਹਦਾ ਰਿਜ਼ਲਟ ਨਾ ਨਿਕਲਦਾ। ਬੜੀ ਰੀਝ ਨਾਲ ਲਿਪਦਾ ਸੀ, ਮਨ ਲਾ ਕੇ। ਲਿਪਤ ਜੀ ਹੋ ਗਏ। ਤਾਣਾ ਬਾਣਾ ਕਛੂ ਨਾ ਸੂਝੇ। ਕੋਈ ਉਹਦਾ ਉਸ ਵੇਲੇ ਉਹਦੇ ਅੰਦਰ ਕਲਪਨਾ ਦੀ ਚੀਜ਼ ਨਹੀਂ ਸੀ। ਪੂਰਾ ਧਿਆਨ ਉਹਦਾ ਧਰਮ ਦੇ ਵਿੱਚ ਸੀ। ਇੱਕ ਵਾਰ ਇੱਕ ਚਿੱਤ ਹੋ ਕੇ ਕਰਦਾ ਸੀ ਇਹ ਕੰਮ। ਲਿਪਤ ਜੀ ਹੋ ਗਏ। ਤਾਣਾ ਬਾਣਾ ਕਛੂ ਨਾ ਸੂਝੇ। ਤਾਣਾ ਬਾਣੇ ਵਾਲੀ ਕੋਈ ਗੱਲ ਸੰਸਾਰੀ ਕੋਈ ਉਹਦਾ ਖਿਆਲ ਹੀ ਨਹੀਂ ਸੀ। ਸੰਸਾਰੀ ਖਿਆਲ ਤਾਣਾ ਬਾਣਾ, ਸੰਸਾਰੀ ਕੋਈ ਖਿਆਲ ਨਹੀਂ ਸੀ ਉਸ ਵਕਤ ਉਹਨੂੰ। ਇੰਨੀ ਇਮਾਨਦਾਰੀ ਨਾਲ ਇਹ ਕਰਮ ਕਰਕੇ ਵੀ ਕੁਝ ਪ੍ਰਾਪਤੀ ਨਹੀਂ ਹੋਈ। ਕਹਿਣ ਦਾ ਮਤਲਬ ਉਹਦਾ ਇਹ, ਇੰਨੀ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਇਹ, ਮੈਨੂੰ ਨਹੀਂ ਕੁਝ ਪ੍ਰਾਪਤ ਹੋਇਆ। ਤੇ ਜੇ ਬੇ ਇਮਾਨਦਾਰੀ ਨਾਲ ਨਾ, ਇਹਦਾ ਮਤਲਬ ਇੱਥੋਂ ਪ੍ਰਾਪਤ ਕੁਝ ਹੋ ਹੀ ਨਹੀਂ ਸਕਦਾ। ਲਿਪਤ ਜਿਓ ਗਏ ਹੋ ਤਾਣਾ ਬਾਣਾ ਕਛੂ ਨਾ ਸਮਝ ਸੂਝੇ। ਹਰ ਰਸ ਲਪਟਿਓ, ਰਸ ਲਪਟਿਓ। ਹਰ ਰਸ ਲਪਟਿਓ। ਯਕੀਨ ਨਾਲ ਕਿ ਅੱਜ ਹਰ ਰਸ ਆਊਗਾ। ਮੈਨੂੰ ਮਾਲਾ ਫੇਰਦੇ ਫੇਰਦੇ ਨੂੰ ਹਰ ਰਸ ਆ ਜਾਣਾ ਆਪੇ। ਆਹ ਅਸੀਂ ਦੱਸਿਆ ਹੋਇਆ। ਕੀ ਪਤਾ ਜੀ ਹਰ ਰਸ ਕੀ ਹੁੰਦਾ? ਜਿਨ੍ਹਾਂ ਨੇ ਦੱਸਿਆ ਉਹਨਾਂ ਨੂੰ ਵੀ ਨਹੀਂ ਸੀ ਪਤਾ ਕੀ ਹੁੰਦਾ ਹਰ ਰਸ। ਕਹਿੰਦੇ ਹਰ ਰਸ ਆ ਜਾਂਦਾ, ਪਤਾ ਨਹੀਂ ਉੱਤੋਂ ਟਪਕਦਾ ਹੋਊ ਹਰ ਰਸ ਦੱਸਿਆ ਹੋਊ। ਜਿਵੇਂ ਉਹ ਪੁੱਠੀ ਜੀਭ ਕਰਕੇ ਲਾਉਂਦੇ ਸੀ, ਤਾਲੂਏ ਜੋ ਟਪਕਦਾ ਹੁੰਦਾ ਕਹਿੰਦੇ ਸੀ ਮਾਇਆ। ਜੋ ਸਮਝਦੇ ਨੇ ਉਹ ਮੱਤ ਵਾਲੇ। ਹਰ ਰਸ ਅੱਜ ਮਿਲ ਜੂ ਤੈਨੂੰ। ਹਰ ਰਸ ਤਾਂ ਗਿਆਨ ਰਸ ਹੁੰਦਾ। ਆਤਮ ਗਿਆਨ ਦੇ ਰਸ ਨੂੰ ਹਰ ਰਸ ਕਹਿੰਦੇ ਨੇ। ਆਤਮ ਗਿਆਨੀ ਮਾਲਾ ਨਾਲ ਕਿਵੇਂ ਬਣ ਜਾਂਦਾ? ਇੱਥੇ ਹੀ ਮਾਲਾ ਵਾਲਾ ਕੋਈ ਬਣਿਆ ਆਤਮ ਗਿਆਨੀ। ਆਤਮ ਗਿਆਨ ਤਾਂ ਪੜ੍ਹਾਈ ਦਾ ਵਿਸ਼ਾ ਹੈ। ਤਾਂ ਗਿਆਨ ਤਾਂ ਪੜ੍ਹਾਈ ਦਾ ਵਿਸ਼ਾ ਹੈ। ਜੇ ਗਿਆਨ ਨਹੀਂ ਤਾਂ ਧਰਮ ਹੈ ਨਹੀਂ, ਜੇ ਪੜ੍ਹਾਈ ਹੈ ਨਹੀਂ ਤਾਂ। ਇਸ ਕਰਕੇ ਸਾਰੇ ਹੀ ਧਰਮਾਂ ਦੇ ਗ੍ਰੰਥ ਬਣਾਏ ਹੋਏ ਨੇ। ਫਿਰ ਗ੍ਰੰਥ ਕਾਸ ਨੂੰ ਬਣਾਏ ਨੇ? ਜੇ ਮਾਲਾ ਨਾਲੇ ਸਭ ਕੁਝ ਮਿਲਦਾ, ਉਹ ਗ੍ਰੰਥਾਂ ਦੀ ਕੀ ਲੋੜ ਸੀ? ਦੇਖੋ ਪੜ੍ਹਾਈ ਵੀ ਕਰਾਉਂਦੇ ਨੇ, ਸ਼ੈਤਾਨ ਨੂੰ ਇੰਨੇ ਨੇ ਪੜ੍ਹਾਈ ਵੀ ਕਰਾਈ ਜਾਂਦੇ ਨੇ। ਜੋ ਗਿਆਨ ਕਰਾਉਂਦੇ ਨੇ ਕਿਤਾਬਾਂ 'ਚ ਕਰਾਉਂਦੇ ਨੇ। ਮਾਲਾ ਨਾਲ ਕੀ ਮਿਲਿਆ ਉਹ ਦੱਸੋ, ਉਹ ਦੱਸਦੇ ਹੀ। ਮਿਲਿਆ ਹੋਵੇ ਤਾਂ ਦੱਸਣ। ਕਿਉਂਕਿ ਜੋ ਪੜ੍ਹਾਈ ਕਰਾ ਰਹੇ ਨੇ ਉਹਦੇ 'ਚ ਰਿਜ਼ਲਟ ਕੋਈ ਨਹੀਂ। ਉਹ ਪਰ ਮਾਲਾ ਦੇ ਪਾਏ ਵੀ ਇੱਧਰੋਂ ਮਿਲਣਾ। ਫਿਰ ਉਹ ਧਰਮ ਦੇ ਉਹ ਜਿਹੜੀ ਪੜ੍ਹਾਈ ਉਹ ਕਾਹਦੇ ਕਰਾਉਂਦੇ? ਉਹਦੇ ਬੋਲੇ ਝੂਠ ਫਲਾਣੇ ਨੂੰ ਦਰਸ਼ਨ ਹੋਏ, ਪ੍ਰਹਲਾਦ ਨੂੰ ਹੋਏ, ਇਹ ਹੋਇਆ ਉਹ ਹੋਇਆ। ਤੇ ਪ੍ਰਹਲਾਦ ਨੂੰ ਦਰਸ਼ਨ ਹੋਏ, ਪ੍ਰਹਲਾਦ ਲੀਨ ਹੋ ਗਿਆ। ਫਿਰ ਤਰੂ ਲੀਨ ਹੋ ਗਿਆ, ਲੀਨ ਤਾਂ ਹੋਇਆ ਹੀ ਨਹੀਂ। ਬਲੈਕਮੇਲਿੰਗ ਕੀਤੀ। ਜੋ ਉਹਨਾਂ ਨੇ ਕਿਹਾ ਸੀ, ਉਹਨਾਂ ਬਾਰੇ ਜੋ ਲਿਖਿਆ ਹੋਇਆ ਸੀ ਗਿਆਨ, ਉਹਨੂੰ ਹੋਰੇ ਰੰਗ ਦੇ ਦਿੱਤਾ। ਕਹਾਣੀਆਂ ਬਣਾ ਕੇ ਭਗਤਾਂ ਨੂੰ ਵੀ ਹੋਰੇ ਰੰਗ ਦਿੱਤਾ ਹੋਇਆ, ਧੰਨੇ ਨੂੰ ਹੋਰ ਰੰਗ ਨਹੀਂ ਦਿੱਤਾ, ਨਾਮਦੇਵ ਨੂੰ ਨਹੀਂ ਦਿੱਤਾ ਹੋਇਆ। ਕਈ ਕੁਛ ਕਰਦੇ ਰਹੇ ਨੇ। ਪੇਸ਼ਾਵਰ ਨੇ, ਪੰਡਤ ਪੇਸ਼ਾਵਰ ਹੈ ਕਿ ਬ੍ਰਹਮ ਗਿਆਨ ਦਾ ਰਸਤਾ ਬ੍ਰਹਮ ਗਿਆਨ ਦੇ ਪਿੱਛੋਂ ਜਦੇ ਹੀ ਬੰਦ ਕਰ ਦੇਣਾ, ਬਟੇ ਦੇ। ਇਹ ਪੇਸ਼ਾ ਪੰਡਤ ਪੇਸ਼ਾਵਰ ਹੈ। ਗੁਰਮਤਿ ਦਾ ਵੀ ਰਸਤਾ ਇਹਨਾਂ ਨੇ ਬਟਿਆ। ਚਾਹੇ ਸਿੱਖ ਬਣਨਾ ਪਿਆ ਇਹਨਾਂ ਨੂੰ, ਹੱਥ ਕਰਨੇ ਪਏ, ਕੁਛ ਵੀ ਕਰਨਾ ਪਿਆ ਇਹਨਾਂ ਨੂੰ। ਇਹਨਾਂ ਰਸਤਾ ਬੰਦ ਕਰ। ਬੇੜੀ ਨੂੰ ਡੋਬਣ ਵਾਸਤੇ ਉਸ ਬੇੜੇ ਚੜ੍ਹਨਾ ਪੈਂਦਾ।
ਜੇ ਬੇੜੀ ਡੋਬਣੀ ਤਾਂ ਅੱਗੇ ਜਾ ਕੇ ਬਾਹਰੋਂ ਮੰਤਰ ਲਾ ਕੇ ਡੋਬ ਦੇਗਾ, ਵਿੱਚ ਬੈਠੇ ਤੇ ਡੁੱਬੂ, ਵਿੱਚ ਬੈਠੇ ਤੇ ਉਲਟੀ ਸਲਾਹ ਦੇ ਦੋ, ਦੂਏ ਰਾਤੇ ਬਾਅਦ ਆਪੇ ਡੁੱਬ ਜੂ ਜਾਂ ਭਟਕ ਜੂ। ਕੰਡੇ ਨਹੀਂ ਲੱਗਣ ਦੇਣਾ ਪਹਿਲਾਂ, ਜੇ ਤਾਂ ਵਿੱਚ ਚੜ੍ਹਨਾ ਪਊਗਾ, ਵਿੱਚ ਚੜ੍ਹ ਕੇ ਉਲਟੀ ਸਲਾਹ ਦੇ ਦੇਣੀ। ਹਾਂਜੀ, ਤਾਣਾ ਬਾਣਾ ਕਸੂ ਨਾ ਸੂਝੇ, ਹਰ ਹਰ ਰਸ ਲਪਟਿਓ। ਹਰ ਰਸ ਲਪਟੇ, ਹਰ ਰਸ ਵਾਸਤੇ ਪੂਰਾ ਉਹਦੇ ਨਾਲ ਲਿਪਟ ਜਾਂਦਾ ਸੀ ਮਨ ਉਹਦਾ। ਹਰ ਰਸ ਮਿਲੂਗਾ ਜੇ ਇਸ ਯਕੀਨ ਨਾਲ ਇਹ ਕੰਮ ਕਰ ਰਿਹਾ ਸੀ, ਇਸ ਵਿਸ਼ਵਾਸ ਨਾਲ ਕਰ ਵੀ ਅੱਜ ਹਰ ਰਸ ਮਿਲ ਜਾਣਾ। ਹਾਂਜੀ, ਹਮਾਰੇ ਕੁਲ ਕੌਣੇ ਰਾਮ ਕਹਿਓ। ਫਿਰ ਵੀ ਕਈ ਵੀ ਖਿਆਲ ਹੁੰਦਾ ਤਾਂ ਜਦੋਂ ਉਦਣ ਵੀ ਨਹੀਂ ਸੀ ਹਰ ਰਸ ਮਿਲਦਾ। ਆਪਣਾ ਜਿੰਨਾ ਕੁ ਟਾਈਮ ਬੈਠਣ ਬਹਿ ਕੇ ਜਿੰਨੀ ਮਾਲਾ ਕਹੀ ਜਾਂਦੀ ਹੈ ਫੇਰ ਕੇ, ਤਾਂ ਫਿਰ ਸ਼ੰਕਾ ਖੜੀ ਹੁੰਦੀ ਸੀ ਅੰਦਰੋਂ, ਅੰਤਰਾਤਮਾ ਦੀ, ਬਈ ਅਸਲ ਦੇ ਵਿੱਚ ਜਿੰਨੇ ਵੀ ਮਾਲਾ ਫੇਰਨ ਵਾਲੇ ਨੇ ਪਹਿਲਾਂ ਕਿਸੇ ਨੇ ਨਾਮ ਰਸ ਬਾਰੇ ਦੱਸਿਆ ਤਾਂ ਹੈ, ਹਮਰੇ ਕੋਲ ਕੌਣ ਹੈ ਰਾਮ ਕਹਿਓ। ਰਾਮ ਬਾਰੇ ਕਿਸੇ ਨੇ ਦੱਸਿਆ ਤਾਂ ਜੀ, ਰਾਮ ਤਾਂ ਫਿਰ ਉਹੀ ਰਾਮਚੰਦਰ ਕਹੀ ਜਾਂਦੇ ਨੇ, ਰਾਮਚੰਦਰ ਨਾਲੇ ਕਹੀ ਜਾਂਦੇ ਨੇ ਇੱਕ ਰਾਮ ਘਟ ਘਟ में लेटा, ਘਟ ਘਟ में लेटा ਰਾਮ ਕੌਣ ਹੈ, ਇਹਦਾ ਦਰਸ਼ਨ ਤਾਂ ਕੋਈ ਕਰਾਉਂਦਾ ਨਹੀਂ। ਬਾਹਰਲੇ ਨੂੰ ਖੰਡਨ ਕਰਦੇ ਨੇ, ਬਾਹਰਲੇ ਨੂੰ ਤਾਂ ਦਰਸ਼ਨ ਦਾ ਬੇਟਾ ਕਹਿ ਕੇ ਖੰਡਨ ਕਰਦਾ। ਉਹ ਜਿਹੜਾ ਘਟ ਘਟ में लेटा ਹੈ ਉਹਦੇ ਬਾਰੇ ਕੋਈ ਨਕਸ਼ਾ ਨਹੀਂ ਦੱਸ ਰਿਹਾ ਕੀ ਹੈ, ਉਹਦੀ ਕਥਾ ਕੋਈ ਨਹੀਂ ਸੁਣਾ ਰਿਹਾ, ਰਾਮ ਕਥਾ ਹਰ ਕੀ ਕਥਾ ਨਹੀਂ ਸੁਣਾ ਰਿਹਾ। ਉਹ ਇਹ ਗੁਰਬਾਣੀ ਹਰ ਕੀ ਕਥਾ ਹੈ, ਸਭ ਤੋਂ ਉੱਤਮ ਹੈ। ਕਿਸੇ ਨੇ ਹਰ ਕੀ ਕਥਾ ਨਹੀਂ ਸੁਣਾਈ, ਰਾਮ ਕਥਾ ਨਹੀਂ ਸੁਣਾਈ ਕਿਸੇ ਨੇ। ਉਹ ਰਾਮ ਕਥਾ ਜਿਹੜੀਆਂ ਸੁਣਾਈਆਂ ਉਹ ਤਾਂ ਰਾਮ ਕਥਾ ਹੀ ਨਹੀਂ ਆ, ਉਹ ਤਾਂ ਭਿੰਨ ਭਿੰਨ ਨੇ। ਉਸ ਨੂੰ ਕੰਡੈਮ ਵੀ ਕਰਦੇ ਨੇ, ਉਹ ਤਾਂ ਕੰਡੈਮ ਮਾਪੇ ਹੋ ਜਾਂਦੀ, ਉਹਦਾ ਤਾਂ ਮਾਂ ਪਿਓ ਹੋਏਗਾ। ਰਾਮ ਦਾ ਮਾਂ ਪਿਓ ਕੋਈ ਹੁੰਦਾ ਨਹੀਂ, ਜੋ ਰਾਮ ਹੈ ਉਹਦਾ ਤਾਂ ਮਾਂ ਪਿਓ ਕੋਈ ਹੁੰਦਾ ਨਹੀਂ, ਤਾਂ ਜਮਨਾ ਬਣਦਾ ਹੈ ਨਹੀਂ। ਜਿਹੜਾ ਜਮਨਾ ਬਣਦਾ ਉਹ ਰਾਮ ਨਹੀਂ ਹੁੰਦਾ। ਦੋਏ ਗੱਲਾਂ ਇਕੱਠੀਆਂ ਚੱਲਦੀਆਂ ਨੇ ਮਾਰਕੀਟ ਦੇ ਵਿੱਚ। ਦੋਈ ਗੱਲ ਸ਼ੰਕਾ ਖੜੀ ਕਰਦੀ ਹੈ, ਹਮਰੇ ਕੋਲ ਕੌਣ ਹੈ। ਕਿਸੇ ਮਾੜਾ ਫੇਰਨ ਵਾਲੇ ਨੇ ਰਾਮ ਦਾ ਗਿਆਨ ਨਹੀਂ ਦਿੱਤਾ, ਕਹਿਣ ਦਾ ਮਤਲਬ ਇਹ ਹੈ ਰਾਮ ਦਾ ਗਿਆਨ ਦਿੱਤਾ ਨਹੀਂ। ਦਰਸ਼ਨ ਹੋਏ ਨੇ, ਉਹ ਜਿਹੜੇ ਜਿਹਦੇ ਦਰਸ਼ਨ ਹੋਏ ਨੇ ਉਹ ਕਿਹਾ ਜਾ ਸੀ ਉਹਦੇ ਬਾਰੇ ਨਹੀਂ ਦੱਸਿਆ, ਉਹਦਾ ਰੂਪ ਰੇਖ ਕੀ ਸੀ ਉਹਦੇ ਬਾਰੇ ਨਹੀਂ ਦੱਸਿਆ। ਕੌਣ ਹੈ ਰਾਮ ਕਹੋ। ਜਬ ਕੀ ਮਾਲਾ ਲਈ ਨਿਪੁੱਤੇ। ਹਮਰੇ ਕੋਲ ਦਾ ਮਤਲਬ ਇਹ ਨਹੀਂ ਹੈਗਾ ਜਲਾਹਿਆਂ ਦੇ, ਜਲਾਹਿਆਂ ਦੀ ਕੁਲ ਦੀ ਨਹੀਂ ਗੱਲ ਹੈ। ਜਲਾਹਿ ਤਾਂ ਇਹਨੇ ਭਗਤੀ ਕੀਤੀ ਹੈ, ਪਹਿਲਾਂ ਕਿਸੇ ਜਲਾਹਿ ਨੇ ਭਗਤੀ ਉਹ ਨਹੀਂ ਕੀਤੀ। ਮਾਲਾ ਫੇਰਨ ਵਾਲੇ ਦੀ ਕੁਲ ਦੀ ਗੱਲ ਕਰ ਰਿਹਾ, ਜਿਹੜੀ ਭਗਤੀ ਉਹ ਕਰ ਰਿਹਾ ਉਹਦੀ ਕੁਲ ਵੱਖਰੀ ਹੈ। ਹੁਣ ਇਸ ਕੁਲ ਵਾਲਿਆਂ ਵਿੱਚੋਂ, ਮਾਲਾ ਫੇਰਨ ਵਾਲਿਆਂ ਚੋਂ, ਜਿਹੜਾ ਤਾਂ ਮੇਰੀ ਮਤ ਹੈ, ਮੇਰੀ ਮਤ ਮਾਤਾ ਸੰਤੋਖ ਪਿਤਾ ਹੈ, ਇਸ ਗਿਆਨ ਵਾਲਿਆਂ ਚੋਂ ਕਿਸੇ ਨੇ ਰਾਮ ਦੀ ਗੱਲ ਨਹੀਂ ਦੱਸੀ। ਕੌਣ ਹੈ ਰਾਮ ਕਿਉ। ਜਬ ਕੀ ਮਾਲਾ ਲਈ ਨਿਪੁੱਤੇ, ਤਬ ਤੇ ਸੁਖ ਨਾ ਪਿਓ। ਜਦੀ ਇਹ ਨਿਪੁੱਤੇ ਨੇ ਮਨ ਨੇ ਮਾਲਾ ਲੈ ਲਈ, ਮਨ ਨੇ ਮਤ ਮੰਨ ਕੇ ਮਾਲਾ ਲੈ ਲਈ। ਮਨ ਬੜਾ ਕਾਲਾ ਸੀ ਨਾ ਵੀ ਛੇਤੀ ਰੱਬ ਨੂੰ ਮਿਲੀਏ, ਮੈਂ ਵੀ ਪ੍ਰਾਪਤ ਕਰਾਂ। ਇਹਨੇ ਜਦੀ ਮਾਲਾ ਲੈ ਲਈ, ਬੁੱਧੀ ਕਹਿੰਦੀ ਸੁੱਖ ਤਾਂ ਹੋਇਆ ਹੀ ਨਹੀਂ। ਕੀ ਸੁੱਖ ਹੋਇਆ। 3-4 ਘੰਟੇ ਰੋਜ਼ ਬਰਬਾਦ ਕਰਦਾ, ਤੜਕੇ ਤੇ ਉੱਠ ਕੇ ਜੇ ਕੰਮ ਕਰਦਾ, ਇਹਨਾਂ ਹੀ ਜੇ ਕੰਮ ਕਰਦਾ ਘਰ ਦਾ, ਤਾਂ ਉਹਦੇ ਨਾਲ ਸੁੱਖ ਹੁੰਦਾ ਕੁਛ। ਇਹਨਾਂ ਚਿਰ ਤਾਂ ਟਾਈਮ ਵੇਸਟ ਹੁੰਦਾ ਰੋਜ਼। ਪ੍ਰਾਪਤੀ ਕੀ ਹੈ, ਜ਼ੀਰੋ ਪ੍ਰਾਪਤੀ ਹੈ ਨਹੀਂ ਕੁਛ। ਕੰਮ ਤਾਂ ਛੁੱਟ ਗਿਆ ਨਾ, ਲਾਸ ਤਾਂ ਹੋ ਗਿਆ। ਲਾਸ ਹੈ, ਨੁਕਸਾਨ ਹੈ, ਫਾਇਦਾ ਕੋਈ ਨਹੀਂ। ਤਬ ਤੇ ਸੁੱਖ ਨਾ ਪਿਓ। ਹੁਣ ਗੁਰਬਾਣੀ 'ਚ ਸੁੱਖ ਨਾ ਪਿਓ ਲਿਖਿਆ ਹੋਇਆ ਹੈ। ਇਮਾਨਦਾਰੀ ਨਾਲ ਮਾਲਾ ਫੇਰੇ ਤੇ ਇਹ ਸੰਤ ਕਿਸ ਹਿਸਾਬ ਨਾਲ ਮਾਲਾ ਫੇਰਦੇ ਨੇ। ਇਹਨਾਂ ਨੂੰ ਜਿਹੜਾ ਸੁੱਖ ਹੋ ਗਿਆ ਦੱਸਣ ਦਾ ਸਹੀ, ਇਹਨਾਂ ਨੂੰ ਜਾਂ ਤਾਂ ਕਹਿਣ ਕਬੀਰ ਗਲਤ ਹੈ, ਉਹਨੂੰ ਕਿਉਂ ਨਹੀਂ ਸੁੱਖ ਹੋਇਆ ਉਹ ਦੱਸਣ। ਇਹਨਾਂ ਨੂੰ ਕਿਉਂ ਸੁੱਖ ਹੋ ਗਿਆ ਇਹ ਦੱਸਣ, ਦੋਹਾਂ ਦਾ ਫਰਕ ਦੱਸਣ। ਮਾਲਾ ਫੇਰੀ ਜਾਂਦੇ ਨੇ। ਇਹ ਸ਼ਬਦ ਕਿਉਂ ਰੱਖੇ ਇਹਨਾਂ ਨਾਲ ਪੰਜ ਪਾਤਸ਼ਾਹ ਨੇ, ਕਿਉਂ ਬੋਲੇ ਨੇ ਕਬੀਰ ਨੇ। ਇਹ ਜਿੰਨੇ ਸੰਤ ਨੇ ਸਾਰੇ ਹੀ ਦਸਨ ਬੜੀਏ ਨੇ,
10 ਨੰਬਰੀਏ ਦਾ ਵੈਸੇ ਆਦਮੀ ਹੁੰਦੇ ਨੇ ਤਾਂ 12 ਨੰਬਰੀਏ ਨੇ। ਉਹ ਵੀ ਠੀਕ ਹੈ ਜੀ, ਇਹ ਵੀ ਠੀਕ ਹੈ। ਉਹ ਸੰਸਾਰੀ ਆਦਮੀ ਦਾ 10 ਨੰਬਰੀਏ ਹੁੰਦੇ, ਸਰਕਾਰ 10 ਨੰਬਰੀਏ ਕਰ ਦਿੰਦੀ ਹੈ ਨਾ। ਜਿਹੜਾ ਜ਼ਿਆਦਾ ਵਿਗੜ ਜਵੇ, ਜਿਹੜਾ ਸਰਕਾਰ ਤੋਂ ਆਕੀ ਹੋ ਜਾਵੇ 10 ਨੰਬਰੀਆ, ਜਿਹੜਾ ਪਰਮੇਸ਼ਰ ਤੋਂ ਆਕੀ ਹੋ ਜਾਵੇ 12 ਨੰਬਰੀਆ। ਸੱਚੀ ਸਰਕਾਰ ਹੈ ਨਾ ਉਹ। ਇੱਕ ਤਾਂ ਝੂਠੀ ਸਰਕਾਰ ਹੈ ਸੰਸਾਰ ਦੀ, ਇਹਦਾ ਬਾਕੀ ਤਾਂ 10 ਨੰਬਰੀਆ। ਸੱਚੀ ਸਰਕਾਰ ਹੈ ਜਿਹੜੀ, ਉਹਦਾ ਬਾਕੀ ਜਿਹੜਾ ਹੈ ਉਹ 12 ਨੰਬਰੀਆ। 2 ਨੰਬਰ ਵੱਧ ਨੇ ਇਹਨਾਂ ਦੇ। ਆਹ 10 ਨੰਬਰੀ ਵਾਲੇ ਕੰਮ ਤਾਂ ਇਹਨਾਂ ਦੇ ਚੇਲੇ ਕਰ ਦਿੰਦੇ ਨੇ। 10 ਨੰਬਰੀ ਤਾਂ ਇਹਨਾਂ ਦੇ ਚੇਲੇ ਨੇ, ਆਪ ਤਾਂ ਫਿਰ 12 ਨੰਬਰ ਤੇ ਹੋਏ ਨਾ ਹੈ। ਗੁਰੂ 12 ਨੰਬਰ ਦੇ ਹੋਏ, 2 ਨੰਬਰ ਵੱਧ ਨੇ ਇਹਨਾਂ ਕੋ। ਸਰਸੇ ਵਾਲੇ ਕੋ ਕਿੰਨਾ ਚੇਲੇ ਨੇ ਇਹੋ ਜਿਹੇ ਕੰਮ ਕਰਨੇ ਵਾਲੇ। ਕਤਲ ਉਹਨੇ ਆਪ ਕੀਤੇ ਨੇ, ਜਿਹੜੇ ਕਤਲ ਕੀਤੇ ਨੇ ਉਹਨੇ ਆਪ ਕੀਤੇ ਨੇ। ਉਹ 10 ਨੰਬਰ ਦੇ ਚੇਲੇ ਹੁੰਦੇ ਨੇ ਇਹਨਾਂ ਦੇ, ਤਾਂ 12 ਨੰਬਰ ਦੇ ਨੇ। 2 ਨੰਬਰ ਵੱਧ ਨੇ ਇਹਨਾਂ ਦੇ। ਅਸੀਂ ਇਹਨਾਂ ਨੂੰ ਨਿਹੰਗ ਸਿੰਘ 12 ਨੰਬਰ ਦੇ ਕਹਿੰਦੇ ਹੁੰਦੇ। ਸ਼ੁਰੂ ਤੋਂ ਹੀ ਮੈਂ ਤਾਂ ਸੁਣਿਆ ਹੀ ਹੈ, ਸ਼ੁਰੂ ਤੋਂ ਹੀ ਕਹਿੰਦੇ ਨੇ, ਪਤਾ ਨਹੀਂ ਕਿਉਂ ਕਹਿੰਦੇ ਨੇ, ਕਦੇ ਕਹਿੰਦੇ ਨੇ ਇਹ ਵੀ ਨਹੀਂ ਪਤਾ। ਜਿਹੜੇ ਵਿਗੜ ਜਾਂਦੇ ਨੇ ਧਾਰਮਿਕ ਲੋਕ, ਉਹਨੂੰ 12 ਨੰਬਰ ਦੇ ਕਹਿੰਦੇ ਨੇ। ਨਿਹੰਗ ਸਿੰਘ ਸਾਰੇ ਕਹਿੰਦੇ ਨੇ, ਪੁਰਾਣੇ ਜਾਣਦੇ ਨੇ, ਹੁਣ ਵਾਲਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ। ਹੁਣ ਆਪ ਬਹੁਤੇ 2 ਨੰਬਰ ਦੇ ਨੇ ਨਾ, ਮਾਇਆ ਦਾ ਧਾਰੀ ਆਪ ਨੇ। ਸੁਣੋ ਜਠਾਣੀ ਸੁਣੋ ਦਰਾਣੀ, ਅਚਰਜ ਏਕ ਭਿਓ। ਸੁਣੋ ਜੇਠਾਣੀ, ਜੇਠਾਣੀ ਹੈ, ਜਠਾਣੀ ਨਹੀਂ ਹੈ। ਜੱਜੇ ਨੂੰ ਸਿਹਾਰੀ ਹੈ ਜੀ। ਹਾਂ ਜਠਾਣੀ, ਜਠਾਣੀ ਬਣਿਆ ਜੇਠਾਣੀ ਤੋਂ। ਸੁਣੋ ਜੇਠਾਣੀ ਸੁਣੋ ਦਰਾਣੀ, ਅਚਰਜ ਏਕ ਭਿਓ। ਦੇਰਾਣੀ ਤੋਂ ਦਰਾਣੀ ਬਣਿਆ। ਇਹ ਦਰਾਣੀ ਯਾਰ ਜਠਾਣੀ ਲਫ਼ਜ਼ ਬਣੇ ਕਿੱਥੋਂ ਨੇ? ਜਿਹੜੀ ਪਹਿਲਾਂ ਵਿਆਹੀ ਆਈ ਆ ਜੇਠਾਣੀ ਆ, ਪਹਿਲਾਂ ਆਈ ਹੈ। ਜੇਠ ਬੜਾ ਹੁੰਦਾ, ਜਿਹੜਾ ਪਹਿਲਾਂ ਜੰਮਿਆ ਜੇਠ ਨਹੀਂ ਹੁੰਦਾ। ਜਿਹੜੀ ਪਹਿਲਾਂ ਵਿਆਹ ਕੇ ਆ ਗਈ ਘਰ, ਉਹ ਜੇਠਾਣੀ ਹੋ ਗਈ। ਬੜਾ ਮੁੰਡਾ ਜਿਹੜਾ ਜੰਮਿਆ ਉਹਦੇ ਘਰ ਵਾਲੀ ਜੇਠਾਣੀ ਹੋ ਗਈ ਨਾ। ਦੇਰ ਨਾਲ ਜਿਹੜੀ ਪਿੱਛੋਂ ਆਈ ਹੈ, ਜਿਹਦਾ ਦੇਰ ਨਾਲ ਜਨਮ ਹੋਇਆ, ਬਾਅਦ ਜਨਮ ਹੋਇਆ, ਉਹ ਦੇਰ ਆਣੀ ਹੋ ਗਈ। ਦੇਰ ਆਣੀ, ਦੇਰ ਨਾਲ ਆਈ ਹੋਈ। ਬਾਅਦ ਆਈਏ ਉਹ। ਜਿਹੜਾ ਧਰਮ ਇਹਨੇ ਧਾਰਨ ਜਾਂ ਮਾਲਾ ਫੜੀਆ, ਇਹ ਤੋਂ ਜਿਹੜੇ ਪਹਿਲੇ ਸੀ ਮਾਲਾ ਫੇਰ ਰਹੇ, ਉਹਨਾਂ ਨੂੰ ਜੇਠਾਣੀ ਕਹਿ ਰਿਹਾ। ਉਸ ਕੋਲ ਜਿਹੜੇ ਆਏ ਕਬੀਰ ਤੇ ਮਾਲਾ ਫੇਰਦਾ ਜਦ, ਇਹਦੇ ਨੂੰ ਜਿਹੜੇ ਪਹਿਲਾਂ ਫੇਰਨ ਲੱਗੇ ਨੇ, ਉਹ ਤਾਂ ਉਹਨਾਂ ਨੂੰ ਜੇਠਾਣੀ ਕਹਿ ਰਿਹਾ। ਜਿਹੜੇ ਇਹਦੇ ਪਿੱਛੋਂ ਮਾਲਾ ਫੇਰਨ ਲੱਗੇ ਨੇ, ਇਹ ਧਰਮ ਚਾਹੇ ਨੂੰ ਦੇਰਾਣੀ ਕਹਿ ਰਿਹਾ। ਸਮਝ ਲੱਗੀ ਗੱਲ? ਖਾਂਦਾ ਨਿੱਕਾ, ਘਰ ਇੱਕ ਹੈ ਨਾ, ਕੋਲ ਇੱਕ ਜੋ ਤਾਂ ਕਹਿ ਰਿਹਾ ਅਚਰਜ ਏਕ ਭਿਓ। ਅਚਰਜ ਦੀ ਗੱਲ ਦੱਸਾਂ, ਅਚਰਜ ਹਾਂ। ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੂਹੇ। ਆ ਜਿਹੜਾ ਮੇਰਾ ਮਨ ਹੈ ਨਾ, ਜਿੰਨਾ ਚਿਰ ਮਾਲਾ ਫੇਰਦਾ ਰਿਹਾ, ਆ ਜਿਹੜਾ ਗਰਦਨ ਤੋਂ ਉਤਲਾ ਹੈ ਨਾ, 7 ਸੂਤ 7 ਦੁਆਰੇ, ਇਹਦੇ ਨਾਲ ਇਹਦਾ ਕਨੈਕਸ਼ਨ ਨਹੀਂ ਰੱਖਿਆ। ਮੈਂ ਤਿਰਕੁਟੀ 'ਚ ਗਿਆ ਹੀ ਨਹੀਂ ਮਾਲਾ ਫੇਰਨ ਵੇਲੇ। ਮੇਰਾ ਮਨ ਕਿਤੇ ਉੜਿਆ ਹੀ ਨਹੀਂ। ਫੇਰ ਵੀ ਮੇਰਾ ਮਨ ਨਹੀਂ ਭਰਿਆ ਮਾਲਾ ਨਾਲ। ਇਹ ਅਚਰਜ ਦੀ ਗੱਲ ਹੈ। ਇਹਦੇ ਨਾਲ ਨਹੀਂ ਬਣਨਾ ਮਨ, ਬਿਲਕੁਲ ਵੀ ਮਾਲਾ ਨਾਲ ਭੁਲੇਖੇ 'ਚ ਨਾ ਰਿਹੋ, ਤਾਂ ਦੱਸ ਰਿਹਾ। ਅਚਰਜ ਦੀ ਗੱਲ ਹੈ। ਮੈਂ ਇੱਥੇ ਤੱਕ ਤਜਰਬਾ ਕਰ ਲਿਆ, ਮਨ ਮੇਰਾ ਬਿਲਕੁਲ ਨਹੀਂ ਕਿਤੇ ਗਿਆ, ਕਿਤੇ ਨਹੀਂ ਉੱਡਿਆ। ਪਰ ਮਾਲਾ ਫੇਰ ਕੇ ਤਾਂ ਵੀ ਮੈਨੂੰ ਕੁਛ ਨਹੀਂ ਮਿਲਿਆ। ਇਹ ਮਨ ਨਹੀਂ ਮਰਿਆ। ਇਹ ਬੁੜੀਆ ਕਿਉਂ ਨਾ ਮੋਇਓ। ਮੈਨੂੰ ਇਹ ਦੱਸੋ, ਇਹ ਮਰਿਆ ਕਿਉਂ ਨਹੀਂ? ਕੋਈ ਜਵਾਬ ਦਿਓ। ਮਾਲਾ ਫੇਰਨ ਤੋਂ ਬਾਅਦ ਫਿਰ ਉੱਥੇ ਉਹ ਤਾਂ ਸਪਰਿੰਗਾਂ ਜਨਾ ਦੱਬ ਕੇ ਰੱਖਿਆ, ਜਾਂ ਬੋਝ ਹਟ ਗਿਆ ਸਪਰਿੰਗ ਉੱਥੇ। ਉਹਨਾਂ ਚਿਰ ਬੋਝ ਨਾ ਦੱਬਿਆ ਰਹਿੰਦਾ ਸੀ ਇਹ। ਜਾਂ ਬੋਝ ਹਟ ਗਿਆ ਫਿਰ ਉੱਥੇ। ਇਹਦਾ ਮਨ ਸਪਰਿੰਗ ਵਰਗਾ ਹੀ ਹੈ। ਕਥਾ ਵਾਰਤਾ ਸੁਣਦਾ ਥੋੜਾ ਦਬਿਆ ਰਹਿੰਦਾ, ਬਾਣੀ ਸੁਣਦਾ ਰਹਿੰਦਾ ਦਬਿਆ ਰਹਿੰਦਾ, ਜਾਂ ਸੁਣ ਤੇ ਹਟ ਜਾਂਦਾ ਫਿਰ ਉੱਥੇ ਹੀ। ਸਰਬ ਸੁਖਾਂ ਕਾ ਏਕ ਹਰ ਸੁਆਮੀ, ਸੋ ਗੁਰ ਨਾਮ ਦਿਓ। ਫਿਰ ਕੀ ਹੋਇਆ? ਫਿਰ ਮੈਨੂੰ ਇਹ ਪਤਾ ਲੱਗਿਆ ਸਰਬ ਸੁੱਖ ਕਿਤੋਂ ਮਿਲਦੇ ਨੇ, ਹੋਰ ਕਿਤੋਂ ਮਿਲਦੇ ਨੇ, ਇੱਥੋਂ ਨਹੀਂ ਮਿਲਦੇ। ਸਰਬ ਸੁੱਖਾਂ ਦਾ ਇੱਕ ਸੁਆਮੀ ਹੈ ਸਰਬ ਸੰਸਾਰ ਦੇ ਵਿੱਚ।
ਇੱਕੋ ਹੀ ਹੈ, ਹੋਰ ਕਿਤੋਂ ਮਿਲਦੇ ਨਹੀਂ। ਉਹ ਕੌਣ ਹੈ? ਉਹ ਹਰ ਹੈ, ਉਹ ਨਿਰਾਕਾਰ ਹੈ, ਉਹ ਮੂਰਤੀ ਨਹੀਂ ਹੈ, ਜੜ ਨਹੀਂ ਹੈ, ਸ਼ਕਤੀ ਉਹ ਚੇਤਨ ਸ਼ਕਤੀ ਹੈ, ਚੇਤਨ ਸੱਤਾ ਹੈ, ਉਹ ਸਭ ਦੇ ਅੰਦਰ ਵੀ ਹੈ। ਸਰਵ ਸੁਖਾਂ ਕਾ ਏਕ ਹਰ ਸੁਆਮੀ। ਇੱਕ ਸੁਆਮੀ ਹੈ, ਉਹਦਾ ਨਾਮ ਹੈ ਹਰ। ਕੇਵਲ ਹਰ ਹੀ ਸੁਆਮੀ ਹੈ ਸਰਵ ਸੁਖਾਂ ਦਾ। ਇਹ ਗਿਆਨ ਮੈਨੂੰ ਮਿਲਿਆ ਸਤਿਗੁਰ ਤੋਂ, ਕਿਤੇ ਤੋਂ, ਸੱਚੇ ਸਤਿਗੁਰ ਤੋਂ ਇਹ ਗਿਆਨ। ਸਤਿਗੁਰ ਨਾਮ ਸਰਬ ਸੁਖਾਂ ਕਾ ਏਕ ਹਰ ਸੁਆਮੀ, ਸੋ ਗੁਰ ਨਾਮ ਦਿਓ। ਸੋ ਗੁਰ ਨਾਮ ਦਿਓ। ਐਸਾ ਮੈਨੂੰ ਕਿਸੇ ਨੇ ਗੱਲ ਸਮਝਾਈ। ਕਿਹਨੇ ਸਮਝਾਈ? ਇਹ ਕੋਈ ਮਗਹਰ ਦਾ ਸੰਤ ਹੋਊਗਾ, ਮਗਹਰ ਦਾ ਬੰਦਾ। ਉਹ ਮਿਲ ਗਿਆ, ਉਹਨੇ ਕਹਾ ਕਿਹੜੇ ਤੂੰ ਫਿਰਦਾ, ਇਹ ਇੱਥੋਂ ਤੈਨੂੰ ਸੁੱਖ ਆਪਣੇ ਆਪ ਸੁੱਖ ਕਿਵੇਂ ਮਿਲ ਜੂ? ਮਾੜਾ ਫਿਰਦਾ ਤੂੰ, ਆਪਣੇ ਆਪ ਸੁੱਖ ਮਿਲ ਦੇਣੇ ਨੇ ਕਿਸੇ ਹੋਰ ਨੇ। ਮਾੜਾ ਤਾਂ ਤੂੰ ਫੇਰਦਾ, ਭਗਤੀ ਤੂੰ। ਇਸ ਕਰਕੇ ਮਨ ਜਿਹੜਾ ਕੰਮ ਕਰਦਾ, ਮਨ ਤਕੜਾ ਹੋਈ ਜਾਂਦਾ ਉਹਦਾ। ਮਨ ਮਰੂਗਾ ਤਾਂ ਜੇ ਮਨ ਕਿਸੇ ਦੀ ਭਗਤੀ ਕਰੂਗਾ, ਕਿਸੇ ਨੂੰ ਬੜਾ ਮੰਨੂ, ਗੁਣਗਾਨ ਕਰੂਗਾ ਕਿਸੇ ਦਾ, ਤੇਰੇ ਮਨ 'ਚ ਆਇਆ ਵੀ ਮੈਂ ਅੱਜ ਕਾਮਯਾਬ ਹੋ ਜਾਣਾ, ਮੇਰੀ ਬੱਲੇ ਬੱਲੇ ਹੋ ਜਾਣੀ। ਸਾਰੀ ਵਡਿਆਈ ਵਾਸਤੇ ਭਗਤੀ ਕਰਦਾ, ਮੇਰੀ ਸੋਭਾ ਹੋ ਭਗਤ ਭਗਤ ਕਰਕੇ। ਸੋਭਾ ਦੀ ਇੱਛਾ ਨਾਲ ਭਗਤੀ ਕਰਦਾ। ਸੋਭਾ ਦੀ ਇੱਛਾ ਤਾਂ ਹੋਣਾ ਜ਼ਰੂਰ, ਜੇ ਮਾਇਆ ਦੀ ਇੱਛਾ ਨਹੀਂ, ਸੋਭਾ ਦੀ ਇੱਛਾ ਜ਼ਰੂਰ ਹੋ। ਵੀ ਤਾਂ ਅੱਜ ਮੇਰਾ ਨੂੰ ਚੱਲਣਾ ਜਿਵੇਂ ਭਗਤ ਪ੍ਰਹਲਾਦ ਦਾ ਚੱਲਦਾ, ਮੈਨੂੰ ਦਰਸ਼ਨ ਹੋ ਜਾਣੇ ਨੇ। ਧਰੂ ਦਾ ਚੱਲਦਾ ਨਾ, ਮੇਰਾ ਇਹ ਨਾ ਚੱਲਦਾ ਰਹੂਗਾ। ਇਹ ਇੱਛਾ ਹੋ, ਇੱਛਾ ਤਾਂ ਜੇ ਮਾਇਆ ਦੀ ਇੱਛਾ ਨਹੀਂ ਤਾਂ ਇਹ ਇੱਛਾ ਹੋ। ਤੇ ਜੇ ਇੱਛਾ ਹੈ ਤਾਂ ਕੁਝ ਨਹੀਂ ਮਿਲਦਾ। ਇਹ ਤਾਂ ਇੱਛਾ ਹੀ ਮਾਇਆ, ਇਹ ਤਾਂ ਸੋਭਾ ਦੀ ਇੱਛਾ ਹੋਈ। ਇਹ ਵੀ ਇੱਛਾ ਭੈੜੀ ਹੈ। ਦੁਨੀਆ ਦੀਆਂ ਵਡਿਆਈਆਂ ਅੱਗੇ ਸਿੱਧੀ ਜਾ, ਅੱਗੇ ਸਿੱਧੀ ਜਾ। ਇਹ ਇੱਛਾ ਨਾਲ ਵੀ ਜਿਹੜੇ ਕੰਮ ਕਰਦੇ ਨੇ, ਭਗਤੀ ਕਰਦੇ ਨੇ, ਉਹਨਾਂ ਦੀ ਵੀ ਭਗਤੀ ਪੂਰੀ ਨਹੀਂ। ਆਸਤਾ ਇੱਕ ਰੱਖਣੀਆਂ ਜ਼ਰੂਰ ਮਨ ਦੇ ਵਿੱਚ, ਪਰ ਸੰਸਾਰ 'ਚ ਮੈਨੂੰ ਕੋਈ ਚੰਗਾ ਕਹਿੰਦਾ, ਮਾੜਾ ਕਹਿੰਦਾ, ਆਸ ਨਹੀਂ ਰੱਖਣੀ। ਸੰਸਾਰ ਦੀ ਉਸਤ ਦੀ ਆਸ ਨਹੀਂ ਰੱਖਣੀ, ਦਰਸ਼ਨ ਦੀ ਆਸ ਰੱਖਣੀ। ਦਰਸ਼ਨ ਦੀ ਪਿਆਸ ਪਾਲਣੀ ਹੈ, ਆਤਮ ਦਰਸ਼ਨ ਦੀ ਪਿਆਸ ਤਾਂ ਪਾਲਣੀ ਹੈ, ਹੋਰ ਕੋਈ ਚੱਪ ਪਿਆਸ ਨਹੀਂ ਪਾਲਣੀ। ਮੈਂ ਕੀ ਹਾਂ, ਮੈਨੂੰ ਆਪਣਾ ਆਪ ਦਾ ਦਰਸ਼ਨ ਹੋ ਜਾਵੇ। ਮੈਂ ਕੀ ਹਾਂ, ਮੈਨੂੰ ਆਪਣੇ ਆਪ ਦਾ ਪਤਾ ਲੱਗੇ। ਮੈਂ ਕਿੱਥੋਂ ਆਇਆ, ਮੈਨੂੰ ਆਪਣੇ ਆਪ ਦਾ ਪਤਾ ਲੱਗੇ। ਮੈਂ ਕਿੱਥੇ ਜਾਣਾ, ਮੈਨੂੰ ਆਪਣੇ ਆਪ ਦਾ ਇਹ ਪਤਾ ਲੱਗੇ। ਮੈਂ ਕਿੱਥੋਂ ਵਿਛੜਿਆ, ਮੈਨੂੰ ਪਤਾ ਲੱਗੇ। ਮੈਂ ਕਿਹਦੇ ਨਾਲ ਜੁੜਨਾ ਹੈ, ਮੈਨੂੰ ਪਤਾ ਲੱਗੇ। ਮੇਰੇ ਘਰ ਕਿਹੜਾ, ਮੈਨੂੰ ਪਤਾ ਲੱਗ ਜਾਵੇ। ਪ੍ਰਦੇਸ਼ ਹੈ, ਮੈਨੂੰ ਦੁੱਖ ਕਿਉਂ ਆ, ਮੈਨੂੰ ਪਤਾ ਲੱਗ ਜਾਵੇ। ਮੈਨੂੰ ਸੁੱਖ ਕਿਵੇਂ ਹੋਊਗਾ, ਇਹ ਪਤਾ ਲੱਗ ਜਾਵੇ। ਹਾਂ, ਇਹ ਇੱਛਾ ਰੱਖਣੀ ਹੈ। ਇਹੀ ਗੱਲ ਦੱਸ ਰਹੀ ਹੈ ਗੁਰਬਾਣੀ। ਇਹ ਇੱਛਾ ਹੀ ਰੱਖਣੀ ਹੈ ਬਸ। ਮੈਨੂੰ ਕੋਈ ਪਤਾ ਲੱਗ ਜਾਵੇ ਤਾਂ ਕਿ ਮੇਰਾ ਕਲੇਸ਼ ਕੱਟਿਆ ਜਾਵੇ। ਮੈਨੂੰ ਗਿਆਨ ਮਿਲ ਜਾਵੇ, ਸਮਝ ਆ ਜਾਵੇ। ਸਮਝ ਆਉਣੀ ਉਹ ਦਰਸ਼ਨ। ਸੋ ਗੁਰੂ ਨਾਮ ਦਿਓ। ਸੰਤ ਪ੍ਰਹਲਾਦ ਕੀ ਪੈਜ ਜਨ ਰਾਖੀ, ਹਰ ਰਾਖਸ ਨਖ ਬਿਦਰਿਓ। ਹੁਣ ਪ੍ਰਹਲਾਦ ਨੂੰ ਸੰਤ ਕਹਿੰਦਾ। ਸੰਤ ਪ੍ਰਹਲਾਦ ਸ਼ਾਂਤੀ ਆਈ ਹੈ। ਪ੍ਰਹਲਾਦ ਸੰਤ ਪ੍ਰਹਲਾਦ ਕੀ ਜਿਨ ਪੈਜ ਰਾਖੀ, ਪੈਜ ਜਨ ਰਾਖੀ, ਪੈਜ ਜਨ ਰਾਖੀ, ਹਰ ਰਾਖਸ ਨਖ ਬਿਦਰਿਓ। ਹਰਨਾਖਸ਼ ਨਖ ਬਿਦਰਿਓ। ਹਰਨਾਖਸ਼ ਨੂੰ ਆਪਣੇ ਨਖਾਂ ਨਾਲ, ਨਖ ਹੁੰਦਾ ਅਸਲ ਦੇ ਵਿੱਚ, ਨਖ ਨੋਹਾਂ ਨੂੰ ਨਹੀਂ ਕਹਿੰਦੇ, ਨਖ ਦੇ ਨਾਲ ਸਿੱਖ ਆਇਆ ਹੈ। ਜਿਹੜੀ ਸਿੱਖਿਆ ਸੱਚ ਦੀ ਹੈ ਉਹਨੂੰ ਨਖ ਸਿੱਖ ਕਹਿੰਦੇ ਨੇ। ਸੱਚ ਇਸ ਤਰੀਕੇ ਨਾਲ ਕੱਟਦਾ ਝੂਠ ਨੂੰ ਕਿ ਸੱਚ ਦੀ ਧਾਰ ਨਹੀਂ ਮੁੜਦੀ। ਨਾ ਖੁੱਡਾ ਹੁੰਦਾ ਨਾ ਉਹਦੀ ਧਾਰ ਮੁੜਦੀ ਹੈ। ਸੱਚ ਦੀ ਧਾਰ ਤੇ ਕੋਈ ਅਸਰ ਨਹੀਂ ਪੈਂਦਾ ਜਿੰਨਾ ਚਿਰ ਉਹ ਪਖੰਡਬਾਜ਼ ਨੂੰ ਕੱਟਦਾ ਰਹਿੰਦਾ। ਇਹ ਸਿੱਖਿਆ ਸੱਚ ਦੀ ਐਸੀ ਹੈ, ਇਹਦੀ ਧਾਰ ਸਗੋਂ ਹੋਰ ਬਣਦੀ ਹੈ। ਖੁਰਪਾ ਚੱਲਦਾ ਹੋਵੇ ਨਾ, ਗੁੱਟਦੇ ਰਹੀਏ, ਧਾਰ ਆਪੇ ਬਣੀ ਜਾਂਦੀ ਉਹਦੀ। ਕਈ ਨੂੰ ਕੰਮ ਕਰ ਲੈਂਦੇ ਰਹੀਏ, ਧਾਰ ਆਪੇ ਬਣੀ ਜਾਂਦੀ ਉਹਦੀ ਘਸ ਕੇ। ਰੇਤੇ 'ਚ ਖੁਰਪੇ ਨਾਲ ਗੁੱਟਦੇ ਹੁੰਦੇ, ਧਾਰ ਸਮਾਂ ਬਣੀ ਜਾਣੀ ਉਹਦੀ ਆਪੇ।
ਤੇ ਉਹਨੇ ਘਸੀ ਜਾਣਾ ਰੇਤੇ 'ਚ, ਤਾਰ ਆਪੇ ਬਣ ਜਾਣੀ। ਸੱਚ ਦੀ ਤਾਰ ਉਨੀ ਓ ਬਣਦੀ ਹੈ ਜਿੰਨਾ ਨੂੰ ਵਰਤੀਏ। ਜਿੰਨਾ ਸੱਚ ਦੀ ਖੜਗ ਨੂੰ ਵਰਤੀਏ ਨਾ, ਗਿਆਨ ਖੜਗ ਨੂੰ ਵਰਤੀਏ, ਉਨੀ ਉਹਦੀ ਤਾਰ ਨਿਕਲਦੀ ਹੈ। ਇਹੀ ਸਿੱਖੀ ਦੇ ਬੂਟੇ ਦੀ ਗੱਲ ਹੈ। ਕਹਿੰਦੇ ਬੂਟਾ ਸਿੱਖੀ ਦਾ, ਜਿੰਨਾ ਇਹਨੂੰ ਕੱਟੀ ਜਾਈਏ ਓਨਾ ਹੀ ਫਲਦਾ ਹੈ, ਜਿੰਨਾ ਇਹਨੂੰ ਛਾਂਗਦੇ ਰਹੀਏ ਓਨਾ ਹੀ ਵੱਧਦਾ ਹੈ। ਇਹ ਛਾਂਗੇ ਤੋਂ ਵੱਧਦਾ ਹੈ, ਇਹ ਕੱਟੇ ਤੋਂ ਫਲਦਾ। ਕੱਟਦੇ ਰਹੇ ਨਾ ਪਹਿਲਾਂ ਸਿੱਖੀ ਨੂੰ, ਹੁਣ ਤਾਂ ਬੂਟਾ ਹੀ ਨਹੀਂ ਹੈ ਸਿੱਖੀ ਦਾ। ਕੱਟਣਾ ਕਿਹਨੇ? ਸਿੱਖੀ ਉਹ ਜੜਤੀ। ਇਹ ਬੂਟੇ ਵੀ ਕੱਟਦੇ ਨੇ, ਵਿਚਾਲੇ ਵਿਚਾਲੇ ਕੱਟਦੇ ਨੇ, ਫਲ ਜ਼ਿਆਦਾ ਲੱਗਦਾ ਬੂਟਿਆਂ ਤੇ। ਜਿਹੜੇ ਦਰਖਤ ਨੇ ਨਾ, ਸੈਂਟਰ 'ਚੋਂ ਕੱਟ ਦਿੰਦੇ ਨੇ ਇਹਨਾਂ ਨੂੰ ਵਿੱਚੋਂ। ਜਿੰਨੀ ਜ਼ਿਆਦਾ ਧੁੱਪ ਪੈਂਦੀ ਆਲੇ ਦੁਆਲੇ ਫਲ ਜ਼ਿਆਦਾ ਲੱਗਦਾ। ਨਵੀਂ ਟੈਕਨੀਕ ਹੈ। ਸਾਰੇ ਜਿੰਨਾ ਵੱਧਦਾ ਨਾ, ਜਿੰਨੇ ਵੀ ਟਾਹਣੀਆਂ ਫੁੱਟਦੀਆਂ ਨੇ ਸਾਰੀਆਂ ਨੂੰ ਫਲ ਨਹੀਂ ਲੱਗਦਾ। ਬਹੁਤ ਸਾਰੀਆਂ ਟਾਹਣੀਆਂ ਕੱਢ ਦਿੰਦੇ ਨੇ। ਹਾਂ, ਅੰਗੂਰਾਂ ਨੂੰ ਏਦਾਂ ਕਰਦੇ, ਨਜਾਇਜ਼ ਜਿਹੜੀਆਂ ਲੱਗਦਾ ਫੁੱਟਦੀਆਂ ਉਹਨੂੰ ਕੱਢ ਦਿੰਦੇ। ਉਹ ਸਾਰੀਆਂ ਐਨਰਜੀ ਉੱਥੇ ਲੈ ਜਾਂਦੀ ਹੈ, ਤਾਂ ਫਲ ਲੱਗਦਾ। ਫਲ ਵਾਸਤੇ ਇਹਨੂੰ ਕੱਟਣਾ ਹੀ ਚਾਹੀਦਾ ਹੈ। ਜਿੰਨਾ ਜ਼ੁਲਮ ਹੁੰਦਾ ਰਿਹਾ ਉਹਨੀ ਸਿੱਖੀ ਪੱਕੀ ਹੁੰਦੀ ਚਲੀ ਗਈ, ਪੱਕੀ ਹੁੰਦੀ ਚਲੀ ਗਈ, ਮਜ਼ਬੂਤ ਹੁੰਦੀ ਚਲੀ ਗਈ। ਫਲ ਉਹਨਾਂ ਹੀ ਵੱਧਦਾ ਚਲਾ ਗਿਆ। ਹੁਣ ਤਾਂ ਉਹ ਹੀ ਛੱਡ ਕੇ ਚਲੋ, ਹੁਣ ਤਾਂ ਗੱਲੇ ਖਤਮ ਹੋ ਗਏ। ਹੁਣ ਤਾਂ ਅਸੀਂ ਉਹ ਜੜ੍ਹਾਂ ਤੇਲ ਪਾਈ ਜਾਂਦੇ, ਪਾਣੀ ਦੀ ਲੋੜ ਨਹੀਂ। ਹੁਣ ਤਾਂ ਆਪੇ ਤੇਲ ਪਾਈ ਜਾਂਦੇ ਜੜ੍ਹਾਂ 'ਚ। ਹੁਣ ਤਾਂ ਫਲ ਦੀ ਲੋੜ ਹੀ ਨਹੀਂ। ਹੁਣ ਤਾਂ ਮਾਇਆ ਦਾ ਫਲ ਹੈ, ਹੁਣ ਤਾਂ ਵੇਖਿਆ ਦੇ ਫਲ ਨੇ। ਕਚੂਆ ਫਲ ਨੇ, ਹੁਣ ਤਾਂ ਮੋਤੀ। ਕਚੂਆ ਫਲ ਮੋਤੀ ਨੇ, ਉਹੀ ਰੁਮਾਲਿਆਂ ਤੇ ਲਾਏ ਹੋਏ ਨੇ ਹੀਰੇ ਮੋਤੀ। ਕਚੂਆ ਫਲ ਮੋਤੀ। ਹੁਣ ਖੇਡ ਹੋਰ ਬਦਲ ਗਈ। ਹਾਂਜੀ, ਸੰਤ ਪ੍ਰਹਲਾਦ ਕੀ ਪੈ ਜਿਨ ਰਾਖੇ, ਹਰਨਾਕਸ ਨਖ ਬਿਦਰਿਓ। ਹਰਨਾਕਸ ਦਾ ਨਖ ਬਿਦਰਿਓ। ਹਰਨਾਕਸ ਜਿਹੜਾ ਮਨ ਸੀ ਉਹਦਾ, ਹਰਨਾਕਸ ਦੇ ਮਨ ਦਾ ਨਾਮ ਹੈ ਹਿਰਨਾ। ਕਬੀਰ ਹਿਰਨਾ ਦੂਬਰਾ। ਹਿਰਨ ਕੌਣ ਹੈ? ਫਿਰ ਮਨ ਹੈ। ਉਹਦਾ ਮਨ ਦੀ ਗੱਲ ਲਾਤੀ, ਕਾਲ ਸਲਾਤੀ ਉਹਦਾ ਨਖ। ਜਿਵੇਂ ਮਸਕੱਲੇ ਪਏ ਜਗਾਲੀ, ਜੁਗਾਲ ਖੁਰਚਤੀ ਦੀ ਬੰਦੀ। ਹਰਨਾਕਸ ਨਖ ਬਿਦਰਿਓ। ਉਹਦੇ ਮਨ ਨੂੰ ਐਸੀ ਸਿੱਖਿਆ ਦਿੱਤੀ, ਉਹਦੀ ਸਾਰੀ ਮੈਲ ਲਾਤੀ, ਤਾਂ ਉਹਦੀ ਪੈਜ ਰੱਖੀ ਗਈ। ਘਰ ਕੇ ਦੇਵ ਪਿਤਰ ਕੀ ਛੋਡੀ, ਗੁਰ ਕੋ ਸ਼ਬਦ ਲਿਓ। ਇਹ ਜਿਹੜੀ ਮੱਤ ਸੀ ਨਾ, ਪਹਿਲੀ ਮੱਤ ਸੀ ਕਬੀਰ ਦੀ। ਇਹ ਘਰ ਕਾ ਦੇਵ ਪਿਤਰ ਸੀ ਨਾ, ਜਿਹੜਾ ਅੰਤਰਾਤਮਾ, ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀ। ਉਹਦੀ ਕਿਹੜਾ ਮੰਨਦੀ ਸੀ, ਸੁਣਦੀ ਸੀ। ਉਹਦੀ ਛੱਡੀ ਹੋਈ ਸੀ, ਉਹਦੇ ਨਾਲ ਸੰਬੰਧ ਨਹੀਂ ਸੀ ਇਹਦਾ। ਜਾਂ ਛੱਡੀ ਹੋਈ ਸੀ, ਅਖੀਰ ਉਸੇ ਅੰਤਰਾਤਮਾ ਦੀ ਆਵਾਜ਼ ਸੁਣ ਕੇ ਮੰਨੀ। ਪਹਿਲਾਂ ਮੰਨਦੀ ਨਹੀਂ ਸੀ, ਸੁਣ ਕੇ ਨਹੀਂ ਅੱਜ ਹੋ ਜੂ। ਉਹ ਇੱਕ ਕਰਕੇ ਆਖੀ ਕਿਹੜੇ ਵੱਢ ਕੇ ਛੜ ਗਈ। ਵਿਆਹ 80 ਸਾਲ ਲੰਘਾ, ਕੁਛ ਨਹੀਂ ਮਿਲਿਆ। ਆਖਰ ਅੱਖ ਕੇ ਉਹਨੇ ਕਿਹਾ, ਜਬਕਿ ਮਾਲਾ ਲਈ ਨਬੁੱਤੇ ਉੱਤੇ ਸੁੱਖ ਨਾ ਪਏ। ਹਾਂ, ਅੱਕ ਗਈ ਉਦੋਂ, ਅੱਕ ਕੇ ਛੱਡਦਾ। ਫੇਰ ਗੁਰ ਕੋ ਸ਼ਬਦ ਲਿਓ। ਇੱਥੋਂ ਨਹੀਂ ਕੁਛ ਮਿਲਣਾ। ਰੋਜ਼ ਇਹ ਲਾਰੇ ਨੇ, ਇਹ ਤਾਂ ਲਾ ਰਹੇ ਨੇ, ਇਹਨਾਂ ਕੋਲ ਕੁਛ ਨਹੀਂ। ਫਿਰ ਅੰਤਰਾਤਮਾ ਦੀ ਆਵਾਜ਼ ਸੁਣੀ। ਉਹ ਜਿਹੜੇ ਆ ਕੇ ਗੱਲਾਂ ਕਰਦੇ ਤੇ ਕਬੀਰ ਨਾਲ ਮੰਗਰ ਵਾਲੇ, ਵੀ ਇਹ ਇਮਾਨਦਾਰ ਆ। ਉਹ ਕਹਿੰਦੇ ਤੂੰ ਇਮਾਨਦਾਰ ਹੈ, ਤੈਨੂੰ ਕੁਛ ਮਿਲ ਜੂਗਾ। ਤੂੰ ਬੁੱਧਵਾਨ ਹੈ, ਤੂੰ ਕੁਛ ਲੈ ਲੇਗਾ। ਤੂੰ ਛੱਡ ਦੇ ਇਹਨਾਂ ਨੂੰ, ਇੱਧਰ। ਉਹਨਾਂ ਦੀ ਗੱਲ ਮੰਨ ਕੇ ਚਲਾ ਗਿਆ, ਬਾਲਾ ਮੋੜਤੀ। ਔਰ ਉਹਨਾਂ ਦੀਆਂ ਗੱਲਾਂ ਵਜ਼ਨਦਾਰ ਵੀ ਸੀ। ਸਿੱਖੀ ਦੀਆਂ ਗੱਲਾਂ ਸੀ ਨਾ ਉਹਨਾਂ ਕੋਲ, ਗੁਰਮਤਿ ਦੀਆਂ ਗੱਲਾਂ ਸੀ। ਪੂਰਾ ਗਿਆਨ ਚਾਹੇ ਨਹੀਂ ਸੀ, ਪਰ ਗੱਲਾਂ ਵਜ਼ਨਦਾਰ ਸੀ। ਉਦੋਂ ਪਖੰਡਵਾਦ ਨੂੰ ਤਾਂ ਕੱਢਦੀਆਂ ਤੇ ਪੂਰਾ ਗਿਆਨ ਹੈ ਨਹੀਂ ਸੀ।
ਮੰਨ ਕੇ ਮਾਲਾ ਮੋੜਤੀ। ਉਹ ਮੰਨ ਕੇ ਹੀ ਕਿਹਾ ਜਬਕਿ ਮਾਲਾ ਲਈ ਨੁਕਤੇ ਤਬ ਤੇ ਸੁਖ ਨਾ ਪਿਓ। ਅਮਰੇ ਕੋਲ ਕੌਣੇ ਰਾਮ ਕਿਉ, ਇਹ ਵੀ ਉਹਨਾਂ ਦੀ ਦਸੀ ਗਲਤੀ। ਇੱਕ ਤਾਂ ਦੱਸੋ ਇੱਧਰ ਭਗਤ ਪਏ ਨੇ, ਸਾਡੇ ਕੋਲ ਗ੍ਰੰਥ ਭਰੇ ਪਏ ਨੇ ਇਹ ਗੱਲ ਦੇ, ਇਹਨਾਂ ਦੇ ਦੱਸ ਕੀ ਹੈ? ਇਹਨਾਂ ਦੇ ਸਿਮਰਨ ਸ਼ਾਸਤਰ ਨੇ ਸਾਰੇ, ਉਹਦਾ ਗੱਲੇ ਹੀ ਨਹੀਂ ਹੈ ਇਹਨਾਂ ਕੋਲ ਜਿਹੜੀ ਅਸਲੀ ਹੈ। ਤਾਂ ਉੱਥੇ ਗਿਆ ਮਗਰ ਫਿਰ ਪੜ੍ਹਿਆ ਜਾ ਗੁਰ ਕੋ ਸ਼ਬਦ ਲਿਓ। ਗੁਰ ਕਾ ਸ਼ਬਦ ਹੈ, ਗੁਰ ਕਾ ਸ਼ਬਦ ਹੈ, ਆ ਗੁਰ ਕਾ ਉਪਦੇਸ਼ ਹੈ ਗੁਰਬਾਣੀ। ਗੁਰਬਾਣੀ ਦੇ ਮੁਕਾਬਲੇ ਦੀ ਚੀਜ਼ ਸੀ, ਉੱਥੇ ਮਗਰ ਪਈ। ਫਿਰ ਉਧਰ ਉਹ ਉਧਰਲੇ ਪਾਸੇ ਹੋਇਆ ਵੀ ਇਹ ਹੁਣ ਪੜੋ, ਇਹਨੂੰ ਸਮਝੋ। ਇਹ ਉਪਦੇਸ਼ ਦਾ ਫਿਰ ਪਹਿਲਾਂ ਸੁਣ ਕੇ ਇਹ ਸਮਝਦਾ ਸੀ ਵੀ ਨਰਾਦਰੀ ਕਰਦੇ ਨੇ ਸਾਡੀ। ਜਿਵੇਂ ਗੁਰਬਾਣੀ ਨੂੰ ਸਮਝ ਕੇ ਕਈ ਨਫ਼ਰਤ ਕਰਦੇ ਨੇ ਨਾ ਵੀ ਇਹ ਤਾਂ ਜੀ ਨਰਾਦਰੀ ਕਰਦੇ ਨੇ, ਮੂਰਤੀ ਪੂਜਾ ਦੀ ਉਹਨਾਂ ਦੀ ਸ਼ਰਧਾ। ਇਹ ਕਬੀਰ ਵੀ ਸਮਝਦਾ ਸੀ ਇੱਦਾਂ ਵੀ ਇਹ ਤਾਂ ਜੀ ਨਿੰਦਕ ਨੇ, ਜਿਵੇਂ ਸੰਤ ਕਹਿੰਦੇ ਨੇ ਨਿੰਦਿਆ ਕਰਦੇ ਨੇ, ਇਹ ਕਰਦੇ ਨੇ, ਉਹ ਕਰਦੇ ਨੇ। ਫਿਰ ਉਹਨੇ ਕਿਹਾ ਵੀ ਇਹ ਗੱਲ ਠੀਕ ਕਹਿੰਦੇ, ਠੀਕ ਕਹਿੰਦੇ ਨੇ। ਇਹ ਲੋਕ ਫਰੋਡੀ ਸਾਰੇ। ਹਾਂ, ਕਹਿਤ ਕਬੀਰ ਸਗਲ ਪਾਪ ਖੰਡਨ, ਸੰਤੈ ਲੈ ਉਧਰਿਓ। ਕਹਿਤ ਕਬੀਰ ਸਗਲ ਪਾਪ ਖੰਡਨ। ਹੁਣ ਕਬੀਰ ਨੇ ਕਿਹਾ ਮੇਰੇ ਹੁਣ ਸਾਰੇ ਪਾਪ ਖੰਡਨ ਹੋਏ ਨੇ। ਮਨ ਜਿਹੜਾ ਸੱਚ ਦਾ ਵਿਰੋਧ ਕਰਦਾ ਸੀ, ਮਨ ਕਬੀਰ ਸੱਚ ਦਾ ਮਨ ਸੱਚ ਦਾ ਵਿਰੋਧ ਕਰਦਾ ਸੀ, ਗੁਰਮਤਿ ਦਾ ਵਿਰੋਧ ਜੋ ਉਹ ਸੰਤ ਕਹਿੰਦੇ ਮਗਰ ਵਾਲੇ ਉਹਨਾਂ ਦਾ ਵਿਰੋਧ ਕਰਦਾ ਸੀ ਨਾ। ਸਗਲ ਪਾਪ ਖੰਡਨ, ਉਹ ਸਾਰੇ ਹੀ ਪਾਪ ਖੰਡਨ ਹੋ ਗਏ, ਵਿਰੋਧ ਕਰਨ ਤੇ ਹਟ ਗਿਆ ਉਹਨਾਂ ਗੱਲਾਂ। ਸੰਤ ਹੈ ਲੈ ਉਧਰਿਓ, ਤਾਂ ਉਧਾਰ ਹੋਇਆ ਮੇਰਾ। ਉਹ ਸੰਤਾਂ ਦਾ ਜਿਹੜਾ ਉਪਦੇਸ਼ ਸੀ ਨਾ ਦਿੱਤਾ ਹੋਇਆ ਪਹਿਲਿਆਂ ਦਾ, ਭਗਤਾਂ ਦਾ, ਸ਼ਾਂਤੀ ਦਾ ਉਪਦੇਸ਼ ਜਿਹੜਾ ਦਿੱਤਾ ਹੋਇਆ ਸੀ ਗੁਰਬਾਣੀ, ਉਹ ਉਹਨਾਂ ਗ੍ਰੰਥਾਂ ਜੋ ਕਬੀਰ ਨੇ ਬੜੇ ਨੇ, ਉਹ ਵੀ ਗੁਰਬਾਣੀ ਦੇ ਇਹੀ ਗੱਲ ਹੈ, ਭਾਸ਼ਾ ਹੋਰ ਸੀ ਉਹ। ਤਾਂ ਕਹਿੰਦਾ ਮੇਰਾ ਉਧਾਰ ਹੋਇਆ, ਤਾਂ ਮੇਰਾ ਉਧਾਰ ਹੋਇਆ। ਹੁਣ ਇਹ ਅਜੋ ਵੀ ਕਹੀ ਜਾਂਦੇ ਨੇ ਜੀ ਉਹਦਾ ਸਵਾਮੀ ਰਾਮਾਨੰਦ ਦਾ ਚੇਲਾ ਸੀ ਕਬੀਰ। ਜਦ ਕਬੀਰ ਨੇ ਮਗਰ ਤੋਂ ਆ ਕੇ ਗਿਆਨ ਦੱਸਿਆ, ਕਾਸ਼ੀ ਦੀ ਗੱਲ ਦੱਸੀ, ਸਗੋਂ ਰਾਮਾਨੰਦ ਪਲਟ ਕੇ ਕਬੀਰ ਦੀ ਗੱਲ ਤੇ ਆ ਗਿਆ। ਚੇਲਾ ਤਾਂ ਨਹੀਂ ਅਸੀਂ ਕਹਿ ਸਕਦੇ। ਰਾਮਾਨੰਦ ਨੇ ਉਹ ਛੱਡ ਕੇ, ਇੱਕ ਸ਼ਬਦ ਆ ਰਾਮਾਨੰਦ ਦਾ, ਰਾਮਾਨੰਦ ਨੇ ਆਪਣਾ ਪਿਛਲੀ ਮਤ ਛੱਡ ਕੇ ਗੁਰਮਤਿ ਧਾਰਨ ਕੀਤੀ। ਤਾਂ ਉਹ ਕਹਿ ਰਿਹਾ ਵਹਾਂ ਤੋਂ ਜਾਈਏ ਜੋ यहाँ ਨਾ ਹੋ। ਮੰਦਰ ਚੱਲਿਆ ਸੀ ਥਾਲੀ ਲੈ ਕੇ, ਉਹ ਚੰਦਨ ਘਸ ਕੇ ਔਰ ਕੇਸਰ ਘਸ ਕੇ ਦੇਵਤੇ ਨੂੰ ਜਿਵੇਂ ਪੂਜਦਾ। ਫਿਰ ਆਇਆ ਖਿਆਲ ਮਨ ਦੇ ਵਿੱਚ ਗੁਰ ਬ੍ਰਹਮ ਬਤਾਇਓ, ਹਿਰਦੇ ਮਾਇਆ ਉਹਦਾ ਅੰਦਰ ਦੱਸਿਆ। ਉੱਥੇ ਕੀ ਹੈ? ਉੱਥੇ ਥਾਲੀ ਰੱਖੀ, ਆਪਣਾ ਬਿਆਨ ਹੈ ਉਹਦਾ। ਅੱਜ ਉਹ ਵੀ ਕਹੀ ਜਾਂਦੇ ਨੇ ਬਲੈਕ ਮੇਲਰ ਵੀ ਜੀ ਇਹ ਤਾਂ ਉਹਦਾ ਬਾਲਾ ਫੇਰਦਾ ਸੀ, ਕਬੀਰ ਤਾਂ ਉਹਦਾ ਚੇਲਾ ਸੀ। ਉਹ ਪੜ੍ਹ ਕੇ ਤਾਂ ਦੇਖੋ, ਕਬੀਰ ਨੂੰ ਪੜ੍ਹੋ, ਉਹਨੂੰ ਪੜ੍ਹੋ, ਰਾਮਾਨੰਦ ਨੂੰ ਪੜ੍ਹੋ। ਉਲਟਾ ਰਾਮਾਨੰਦ ਤਾਂ ਉਹਦਾ ਚੇਲਾ ਤਾਂ ਖੈਰ ਨਹੀਂ ਕਹਿ ਸਕਦੇ। ਰਾਮਾਨੰਦ ਨੇ ਕਬੀਰ ਵਾਲੀ ਸਿੱਖਿਆ ਲਈ ਆਪਣੀ ਮਤ ਛੱਡੀ। ਉਹ ਇਸ ਰਾਮਾਨੰਦ ਨੇ ਤਾਂ ਆਪਣੀ ਮਤ ਛੱਡੀ ਹੈ। ਜਿਹੜੇ ਕਹਿੰਦੇ ਰਾਮਾਨੰਦ ਬਾਅਦ ਚ ਹੋਇਆ, ਰਾਮਾਨੰਦ ਦੀ ਇਸ ਰਾਮਾਨੰਦ ਦੀ ਗੱਲ ਦਾ ਸੰਭਾਸ਼ਾ ਨਹੀਂ ਕਰ ਰਹੇ, ਇਹਨੇ ਤਾਂ ਆਪਣੀ ਮਤ ਛੱਡਤੀ। ਉਸ ਰਾਮਾਨੰਦ ਦੀ ਗੱਲ ਕਰ ਰਹੇ ਨੇ ਜਿਹਨੇ ਮਤ ਕੋਈ ਚਲਾਈ ਹੈ, ਉਹ ਪਹਿਲਾਂ ਦਾ ਰਾਮਾਨੰਦ ਹੈ। ਇਹ ਰਾਮਾਨੰਦ ਮਤ ਛੱਡ ਕੇ ਗੁਰਮਤ ਦਾ ਧਾਰਨ ਨਹੀਂ ਹੋਇਆ ਰਾਮਾਨੰਦ। ਇਹਨੇ ਤਾਂ ਮਤ ਚਲਾਈ ਉਹ ਨਹੀਂ ਕੋਈ, ਇਹ ਤਾਂ ਗੁਰਮਤ ਸਮਾਂ ਧਾਰਨ ਨਹੀਂ ਹੋਇਆ ਗੁਰਮਤ ਦਾ। ਇਹਨੇ ਤਾਂ ਮਤ ਛੱਡੀ ਹੈ ਮਾੜਾ ਵਾਲੀ, ਜਿਹਨੇ ਚਲਾਈ ਸੀ ਉਹਦੀ ਗੱਲ ਕਰਦੇ ਨੇ ਉਹ। ਰਾਮਾਨੰਦ ਦਾ ਰੌਲਾ, ਰਾਮਾਨੰਦ ਹੋਰ ਨਹੀਂ ਕੋਈ ਹੋ ਸਕਦਾ। ਫਰੀਦ ਇੱਕੋ ਹੀ ਹੋਇਆ। ਜਿਹੜੇ ਫਰੀਦ ਦੀ ਵਿਦਵਾਨ ਗੱਲ ਕਰਦੇ ਨੇ ਨਾ, ਉਹ ਫਰੀਦ ਦੀ ਗੁਰਬਾਣੀ ਨਹੀਂ ਹੈ ਸਾਡੇ ਕੋਲ। ਸਾਡੇ ਕੋਲ ਗੁਰਬਾਣੀ ਉਹ ਫਰੀਦ ਨਹੀਂ ਹੈਗਾ ਪਹਿਲਾਂ। ਇਹ ਤਾਂ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਵੇਲੇ ਦਾ ਕੋਈ ਫਰੀਦ ਹੈ। ਉਹ ਸਾਰੇ ਗੱਦੀ ਵਾਲੇ ਫਰੀਦ ਦੇ ਕਹਾਉਂਦੇ ਤੇ, ਜਿਵੇਂ ਖਾਲਸਾ ਸਾਰੇ ਖਾਲਸਾ ਕਹਾਉਂਦੇ ਨੇ। ਉਹ ਫਰੀਦ ਵਾਲੇ ਟੋਲਾ ਸਾਰਿਆਂ ਦਾ ਨਾਮ ਫਰੀਦ ਸੀਗਾ, ਜਿਵੇਂ ਜੋਗੀ ਸਾਰੇ ਜੋਗੀ ਨੇ। ਫਿਰਕੇ ਦਾ ਨਾਮ ਫਰੀਦ, ਉਹ ਤਾਂ ਸਾਰੇ ਫਰੀਦ ਨੇ।
ਇਹ ਫਰੀਦ ਹੋਰ ਹੈ, ਉਹ ਫਰੀਦ ਹੋਰ ਹੈ। ਇਸ ਫਰੀਦ ਦਾ ਇਹਨਾਂ ਦਾ ਦੱਸਦਾ ਕਬੀਰ ਨੇ ਵੀ ਮੈਨੂੰ ਕਦ ਗਿਆਨ ਹੋਇਆ, ਕਿਵੇਂ ਹੋਇਆ। ਫਰੀਦ ਨੇ ਕਦ ਦੱਸਿਆ? ਸਭ ਤੋਂ ਪਹਿਲਾਂ ਗਿਆਨ ਕਬੀਰ ਨੂੰ ਮਿਲਿਆ, ਗੁਰੂ ਨਾਨਕ ਤੋਂ ਵੀ ਪਹਿਲਾਂ ਮਿਲਿਆ। ਭਗਤ ਸਾਰੇ ਗੁਰੂ ਨਾਨਕ ਤੋਂ ਪਹਿਲਾਂ ਹੋਏ ਨੇ, ਸਿਵਾਏ ਫਰੀਦ ਤੋਂ। ਫਰੀਦ ਨਹੀਂ ਹੋਏ, ਫਰੀਦ ਤੋਂ ਸਿਵਾਏ ਸਾਰੇ ਭਗਤ ਪਹਿਲਾਂ ਹੋਏ ਨੇ। ਇਸ ਕਰਕੇ ਭਗਤਾਂ ਦੇ ਵਿੱਚ ਸਭ ਤੋਂ ਪਿੱਛੋਂ ਬਾਣੀ ਫਰੀਦ ਦੀ ਆਉਂਦੀ ਹੈ। ਜਿਹੜੀ ਇੱਥੇ ਜੇ ਫਰੀਦ ਪਹਿਲਾਂ ਹੋਇਆ ਹੁੰਦਾ, ਫਰੀਦ ਦੀ ਬਾਣੀ ਮੂਹਰੇ ਹੁੰਦੀ। ਤਰਤੀਬ ਉਸ ਹਿਸਾਬ ਨਾਲ ਹੈ ਬਾਣੀ ਦੀ। ਜਾਂ ਗੁਰਬਾਣੀ ਲਿਖੀ ਗਈ ਹੈ, ਕਬੀਰ ਦੀ ਬਾਣੀ ਮੂਹਰੇ ਕਿਉਂ ਆਉਂਦੀ ਹੈ? ਪਰ ਵਿਦਵਾਨਾਂ ਕੋਲ ਤਾਂ ਖੋਪੜੀ ਉਹ ਨਹੀਂ ਹੈ, ਉਲਟੀ ਖੋਪੜੀ ਦੇ ਨੇ ਸਾਰੇ। ਇਹਨਾਂ ਨੂੰ ਕੀ ਪਤਾ ਤਰਤੀਬ ਕਿਵੇਂ। ਜਿਵੇਂ ਜਿਵੇਂ ਕੋਈ ਚੀਜ਼ ਹੋਈ ਹੈ, ਉਹੀ ਤਰਤੀਬ ਗੁਰਬਾਣੀ 'ਚ ਹੈ। ਪੌਣ ਪਹਿਲਾਂ ਹੋਈ ਹੈ, ਪੌਣ ਪਹਿਲਾਂ ਰੱਖੀ ਹੈ। ਪਾਣੀ ਪਿੱਛੋਂ ਆਇਆ, ਪਾਣੀ ਪਿੱਛੋਂ ਹੈ। ਬੈਸੰਤਰ ਪਿੱਛੋਂ ਪੈਦਾ ਹੋਈ ਹੈ, ਪਿੱਛੋਂ ਹੈ। ਪੌਣ ਪਾਣੀ ਬੈਸੰਤਰ ਆਊਗਾ, ਕਦੇ ਵੀ ਪਾਣੀ ਪਹਿਲਾਂ ਨਹੀਂ ਆ ਸਕਦਾ। ਗਾਵਣ ਦੁੱਧ ਨੂੰ ਪੌਣ ਪਾਣੀ ਬੈਸੰਤਰ, ਕਿਉਂ? ਪੌਣ ਪਹਿਲਾਂ ਜੰਮੀ ਹੈ, ਪਾਣੀ ਬਾਅਦ 'ਚ ਹੋਇਆ, ਬੈਸੰਤਰ ਉਹ ਤੋਂ ਬਾਅਦ 'ਚ ਹੋਇਆ। ਇਵੇਂ ਹੀ ਭਗਤ ਜਿਵੇਂ ਜਿਵੇਂ ਹੋਏ ਨੇ, ਉਵੇਂ ਉਵੇਂ ਨੰਬਰ ਨੇ ਇਹਨਾਂ ਦੇ। ਕਿਤੇ ਕਿਤੇ ਜਿਹੜੇ ਭਗਤ ਬਰਾਬਰ ਵੀ ਨੇ, ਉਹ ਬਰਾਬਰੇ ਹੋਏ ਨੇ, ਉਹ ਬਰਾਬਰੇ ਹੋਏ ਨੇ ਭਗਤ। ਉਹਨਾਂ ਦੀ ਬਰਾਬਰੀ ਕਬੀਰ ਦੇ ਬਰਾਬਰ ਪਹਿਲਾਂ ਕੋਈ ਨਹੀਂ ਹੋਇਆ। ਕਬੀਰ ਸਭ ਤੋਂ ਮੂਹਰੇ ਜਾਂਦਾ। ਨਾਮਦੇਵ ਵਾਰ ਉਹਦੇ ਵਿੱਚ ਦੂਜਿਆਂ 'ਚ ਫਰਕ ਹੈ, ਕਿਤੇ ਕਿਤੇ ਪਾਇਆ ਹੋਇਆ ਨੰਬਰ ਸ਼ੁਮਾਰ ਦੇ ਵਿੱਚ, ਕਿ ਉਹ ਸਲਾਉਣ ਹੋਏ ਨੇ, ਬਰਾਬਰ ਹੋਏ ਨੇ ਆਪਸ ਵਿੱਚ ਹੀ। ਫਰੀਦ ਸਭ ਤੋਂ ਬਾਅਦ 'ਚ ਹੋਇਆ। ਫਰੀਦ ਗੁਰੂ ਅਮਰਦਾਸ ਵੇਲੇ ਆਇਆ। ਭਗਤਾਂ ਦੀ ਲਿਸਟ ਵਿੱਚ ਫਰੀਦ ਦਾ ਨਾਮ ਕਿਤੇ ਨਹੀਂ ਹੈ। ਭਗਤਾਂ ਦੀ ਲਿਸਟ ਗੁਰੂ ਨਾਨਕ ਦਾ ਨਾਮ ਕਿਤੇ ਨਹੀਂ। ਜਿਹੜੇ ਰੌਲਾ ਪਾਉਂਦੇ ਨੇ ਗੁਰੂ ਨਾਨਕ ਦੇ ਚੇਲੇ ਭਗਤ, ਉਹਦਾ ਐਵੇਂ ਬਕਵਾਸ ਕਰੀ ਜਾਂਦੇ ਨੇ। ਇਹ ਝੂਠ ਨਾਲ ਸੱਚ ਨੂੰ ਲੁਕਾਇਆ ਨਹੀਂ ਜਾ ਸਕਦਾ। ਸੱਚ ਸੱਚੇ ਰਹਿੰਦਾ ਹੁੰਦਾ। ਨਾਲੇ ਸਿੱਖਾਂ ਨੂੰ ਲੋੜ ਕੀ ਹੈ ਝੂਠ ਬੋਲਣ ਦੀ? ਸਾਡਾ ਕਬੀਰ ਵੀ ਉਹੀ ਹੈ, ਨਾਨਕ ਵੀ ਉਹੀ ਹੈ, ਸਾਡੇ ਨਾਲ ਫਰਕ ਹੀ ਕੋਈ ਨਹੀਂ। ਜਿਨ੍ਹਾਂ ਦੇ ਅੰਦਰ ਫਰਕ ਆ ਉਹ ਸਿੱਖ ਵੀ ਨਹੀਂ ਹਨ। ਜਿਨ੍ਹਾਂ ਦੇ ਅੰਦਰ ਪ੍ਰਹਲਾਦ 'ਚ, ਨਾਨਕ 'ਚ, ਕਬੀਰ 'ਚ ਫਰਕ ਹੈ ਨਾ, ਉਹ ਸਿੱਖ ਹਨ ਨਹੀਂ। ਉਹ ਸਿੱਖੀ 'ਚ ਕਾਂਗਿਆਰੀ ਹੈ, ਕਾਂਗਿਆਰੀ ਘੋਲਣ ਆਏ ਹੋਏ ਨੇ। ਉਹ ਤਾਂ ਕਾਂਗਿਆਰੀ ਹੈ ਸਾਰੀ। ਉਹਨੇ ਪੁੱਛਣਾ ਕੀ ਉਹਦਾ ਕੋਈ ਸੱਚਖੰਡ 'ਚ ਕੋਈ ਫਰਕ ਹੈ ਨਾ, ਉੱਥੇ ਕੋਈ ਬੜਾ ਨਾ ਕੋਈ ਛੋਟਾ। ਜਿਨ੍ਹਾਂ ਦੇ ਮਨ ਦੇ ਵਿੱਚ ਫਰਕ ਹੈ ਉਹ ਕਾਂਗਿਆਰੀ ਹੈ, ਸਿੱਖ ਨਹੀਂ ਹਨ। ਉਹਨਾਂ ਨੂੰ ਕਾਂਗਿਆਰੀ ਨੂੰ ਬਾਹਰ ਕੱਢ ਦੇਣਾ ਚਾਹੀਦਾ। ਆਪੇ ਨਿਕਲ ਜਾਣਗੇ, ਉਹਨਾਂ ਦੇ ਪੱਲੇ ਵਿਚਾਰਿਆਂ ਨੇ ਹੈ ਕੀ, ਆਪੇ ਚੁੱਪ ਕਰ ਜਾਣਗੇ। ਹਾਂਜੀ, ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜੇ ਰਾਜਾ ਬਣੀਏ, ਕਹਿੰਦੇ ਜਿਹੜਾ ਹਰ ਹੈ ਉਹਦੇ ਵਰਗਾ ਕੋਈ ਰਾਜਾ ਨਹੀਂ। ਕੋਈ ਹਰ ਸਮਾਨ ਨਹੀਂ ਰਾਜਾ। ਕਿਉਂ? ਹਰ ਤੋਂ ਹੀ ਮਿਲਿਆ ਨਾ, ਪਹਿਲਾਂ ਹਰ ਦੀ ਜ਼ਿਕਰ ਆਇਆ ਨਾ। ਜਦੋਂ ਸਰਬ ਸੁਖਾਂ ਕਾ ਇੱਕ ਹਰ ਸੋ, ਇੱਕ ਹਰ ਸੁਆਮੀ। ਜਦੋਂ ਸਾਰੇ ਰਾਜ ਪ੍ਰਬੰਧ ਤੋਂ ਸੁਖੇ ਮਿਲਦੇ ਹੁੰਦੇ ਨੇ ਪਬਲਿਕ। ਜਿੱਦੋਂ ਸਾਰੇ ਸੰਸਾਰ ਨੂੰ ਸੁਖ ਮਿਲਣ, ਤੇ ਉਹਦੇ ਵਰਗਾ ਫਿਰ ਰਾਜਾ ਕੌਣ? ਰਾਜਾ ਦਾ ਵਿਚਾਰੇ ਆਪ ਦੁਖੀ ਨੇ। ਸਗਲ ਸਿਰ ਕੋ ਰਾਜਾ ਦੁਖੀਆ। ਉਹ ਰਾਜਾ ਤਾਂ ਆਪ ਦੁਖੀ ਨੇ। ਤੇ ਜਿਹੜਾ ਸੁਖੇ ਦਿੰਦਾ ਹੋਵੇ ਸਾਰੇ ਸੰਸਾਰ ਨੂੰ, ਉਹਦੇ ਵਰਗਾ ਰਾਜਾ ਕੌਣ ਹੋ ਸਕਦਾ? ਕੋਈ ਹਰ ਸਮਾਨ ਨਹੀਂ ਰਾਜਾ। ਇਹ ਜਿਹੜੇ ਰਾਜੇ ਨੇ ਆਪਣੇ ਆਪ ਨੂੰ ਰਾਜੇ ਕਹਾਉਂਦੇ, ਰਾਜੇ ਨਹੀਂ ਹੁੰਦੇ। ਰਾਜਾ ਹੁੰਦਾ ਸੰਤੋਖੀ ਦਾ ਨਾਮ, ਰਜਿਆ ਹੋਇਆ। ਭੁੱਖੇ, ਇਹ ਰਾਜੇ ਤਾਂ ਸਾਰੇ ਭੁੱਖੇ ਨੇ। ਭੁੱਖੇ ਰਾਜੇ ਹੁੰਦੇ ਨੇ। ਭੁੱਖੇ ਨੂੰ ਰਜਿਆ ਹੋਇਆ ਕਿਵੇਂ ਕਹਿੰਦੇ? ਭੂਪਤ ਨੇ। ਭੂਪਤ ਕਹਿੰਦੇ ਨੇ ਜਿਹਨੇ ਥੋੜੀ ਬਹੁਤੀ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਕਰ ਲਿਆ ਹੋਵੇ। ਉਹ ਟੁਕੜਾ ਬੜਾ ਵੀ ਹੋ ਸਕਦਾ, ਟੁਕੜਾ ਛੋਟਾ ਵੀ ਹੋ ਸਕਦਾ। ਇਹ ਧਰਤੀ ਦੇ ਕਿਸੇ ਟੁਕੜੇ ਤੇ ਜਿਹੜਾ ਕਬਜ਼ਾ ਕਰੀ ਬੈਠਾ ਹੋਵੇ ਨਾ, ਜਿੰਨਾ ਚਿਰ ਕਬਜ਼ਾ ਹੈ ਉਹਨਾਂ ਚਿਰ ਰਾਜਾ ਹੈ ਉਹ। ਹੁੰਦਾ ਜਦ ਦੂਆ ਕਬਜ਼ਾ ਕਰ ਲੈਂਦਾ ਫਿਰ ਜੇਲ੍ਹ ਚਲਿਆ ਜਾਂਦਾ, ਮਾਰ ਦਿੰਦਾ ਕੋਈ, ਫਿਰ ਉਹ ਰਾਜਾ ਨਹੀਂ ਰਹਿੰਦਾ। ਇਹ ਭੂਪਤ ਨੇ, ਇਹਨਾਂ ਨੂੰ ਰਾਜੇ ਨਹੀਂ ਕਹਿਣਾ ਚਾਹੀਦਾ। ਰਾਜਾ ਲਫ਼ਜ਼ ਸਾਰੀ ਆਦਮੀ
ਜ਼ਮੀਨ ਤੇ ਟੁਕੜਾ, ਜਿਹੜਾ ਕਿਸੇ ਜ਼ਮੀਨ ਦੇ ਟੁਕੜੇ ਤੇ ਕਬਜ਼ਾ ਹੈ, ਉਹਦੇ ਨਾਲ ਰਾਜ ਲਫ਼ਜ਼ ਨਹੀਂ ਲੱਗ ਸਕਦਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਸ ਕਰਕੇ ਰਾਜ ਕਰੇਗਾ ਜਿਹੜਾ ਖਾਲਸਾ ਹੈ, ਉਹ ਜ਼ਮੀਨ ਦੇ ਟੁਕੜੇ ਤੇ ਰਾਜ ਵਾਲੀ ਗੱਲ ਹੈ ਹੋ ਹੀ ਨਹੀਂ ਸਕਦੀ। ਗੁਰਬਾਣੀ ਇਜਾਜ਼ਤ ਨਹੀਂ ਦਿੰਦੀ, ਗੁਰਬਾਣੀ ਨੂੰ ਰਾਜਾ ਨਹੀਂ ਮੰਨਦੀ। ਸਿੱਖਾਂ ਨੇ ਰਾਜ ਦਾ ਲਫ਼ਜ਼ ਕਿੱਥੋਂ ਲਿਆ? ਮਨਮੁਖਾਂ ਤੋਂ ਲਿਆ ਹੈ। ਇਹ ਸਾਰੇ ਮਨਮੁਖ ਨੇ। ਜੇ ਇਹ ਭੇਦ ਦਾ ਪਤਾ ਹੁੰਦਾ ਭੂਪਤ ਆ ਰਾਜੇ ਦਾ, ਤਾਂ ਰਾਜ ਕਰੇਗਾ ਖਾਲਸਾ ਦਾ ਲਫ਼ਜ਼ ਉੱਧਰ ਲਾਉਂਦੇ ਹੀ ਨਾ, ਸੰਸਾਰ ਦੇ ਰਾਜ ਨਾਲ ਜੋੜਦੇ ਹੀ ਨਾ। ਕਿਸੇ ਜ਼ਮੀਨ ਦੇ ਟੁਕੜੇ ਤੇ ਕਾਬਜ ਹੋਣ ਨੂੰ ਰਾਜਾ ਮੰਨਦੇ ਹੀ ਨਾ, ਕਹਿੰਦੇ ਹੀ ਨਾ, ਕਿ ਗੁਰਬਾਣੀ ਨਹੀਂ ਕਹਿੰਦੀ। ਇਹਨਾਂ ਨੇ ਸਿੱਖਿਆ ਕਿਤੋਂ ਲਈ ਹੈ, ਕਿਹਦੇ ਸਿੱਖ ਨੇ, ਇਹ ਤਾਂ ਹੁਣ ਇਹਨਾਂ ਨੂੰ ਬਤਾਓ। ਪਰ ਗੁਰੂ ਨਾਲ ਨਾ ਗੁਰਬਾਣੀ ਦਾ ਕੋਈ ਵਾਸਤਾ ਨਹੀਂ। ਗੁਰਬਾਣੀ ਦੇ ਸਿੱਖਰੀਆਂ ਨੇ ਇਹ ਕਿ ਸਿੱਖਿਆ ਨਹੀਂ ਲਈ ਹੋਈ। ਗੁਰਬਾਣੀ ਵਾਲੀ ਭਾਸ਼ਾ ਨਹੀਂ ਇਹਨਾਂ ਦੀ ਹੈ। ਭਾਸ਼ਾ ਉਹੀ ਬੋਲਦੇ ਹੁੰਦੇ ਨੇ ਜਿਹਦੇ ਸਿੱਖ ਹੁੰਦੇ ਨੇ। ਬੋਲੀ ਕਿਹਦੀ ਬੋਲਦਾ? ਜਿਹਦੋਂ ਪ੍ਰਭਾਵਿਤ ਹੈ। ਇਹ ਕਿਤੋਂ ਪ੍ਰਭਾਵਿਤ ਨੇ, ਕਿਹਦੇ ਸਿੱਖ ਨੇ, ਇਹਨਾਂ ਨੂੰ ਤਾਂ ਇਹ ਪਤਾ, ਇਹਨਾਂ ਨੂੰ ਪਤਾ ਹੋਊ, ਪਰ ਗੁਰਬਾਣੀ ਦੇ ਸਿੱਖ ਜ਼ਰੂਰ ਨਹੀਂ ਹੋਣੇ। ਇਹ ਗਰੰਟੀ ਦੀ ਗੱਲ ਹੈ। ਇਹ ਦੱਸਣ ਵੀ ਕਿਉਂ ਸਿੱਖੋ ਤੁਸੀਂ ਗੁਰਬਾਣੀ ਦੇ? ਜੇ ਗੁਰਬਾਣੀ ਦੇ ਸਿੱਖੋ ਤਾਂ ਗੁਰਬਾਣੀ ਤੋਂ ਸਿੱਖਿਆ ਕੀ ਲਈ ਹੈ, ਗੁਰਬਾਣੀ ਦੀ ਸਿੱਖਿਆ ਕੀ ਹੈ, ਇਹਦੀ ਵਿਆਖਿਆ ਕਰੋ। ਤੇ ਸਿੱਖਿਆ ਦਾ ਹੀ ਪਤਾ ਨਹੀਂ ਤੁਹਾਨੂੰ, ਤੁਸੀਂ ਸਿੱਖ ਕਿਵੇਂ ਹੋ ਗਏ? ਕੀ ਗਰਾਊਂਡ ਹੈ ਤੁਹਾਡੇ ਕੋਲ? ਤੁਸੀਂ ਸਿੱਖੋ। ਫਿਰ ਸਿੱਖਿਆ ਕੀ ਲਈ ਹੈ ਉਹ ਦੱਸੋ, ਦਿਖਾਓ ਕਿੱਥੇ ਤੁਹਾਡੇ ਕੋਲ। ਚੱਲਣ ਵਾਲੀ ਗੱਲ ਛੱਡੋ, ਤੁਸੀਂ ਚੱਲ ਨਹੀਂ ਹੁੰਦਾ ਨਾ ਸਹੀ, ਤੁਸੀਂ ਸਮਝਾਏ ਹੋ ਵੀ ਸਿੱਖਿਆ ਹੈ।